ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੈਂ ਹਾਂ ਸੰਜੀਵ ਯਸ਼ ਖੰਨਾ ਤੇ ਮੇਰੇ ਨਾਲ ਨੇ ਜਤਿੰਦਰ ਖੈਰਾ। ਬਹੁਤ ਬਹੁਤ ਸ਼ੁਕਰੀਆ ਸੰਜੀਵ ਜੀ ਔਰ ਬੜਾ ਧੰਨਵਾਦ ਹੈ ਨਾ। ਵਿਸਾਖੀ ਆਉਣ ਵਾਲੀ ਆ ਤੇ ਉਮੀਦ ਹੈ ਕਿ ਅਸੀਂ ਵੀ ਵਿਸਾਖੀ ਦੇ ਇਸ ਤਿਉਹਾਰ ਦੇ ਵਿੱਚ ਰੰਗੇ ਜਾਵਾਂਗੇ, ਕਿਉਂਕਿ ਪੰਜਾਬ ਦੇ ਵਿੱਚ ਬਦਲਾਵ ਕਹਿੰਦੇ ਕਿ ਆਉਣ ਲੱਗਾ ਤਾਂ ਫਿਰ ਬਦਲਾਵ ਦੇ ਭਾਗੀਦਾਰੀ ਹੋ ਰਹੇ ਹਾਂ ਅਸੀਂ। ਬਿਲਕੁਲ ਪੀਲੇ ਚੌਲ ਵਿਸਾਖੀ ਦੇ ਉੱਤੇ ਆਪਾਂ ਖਾਣੇ ਨੇ ਸਾਰਿਆਂ ਨੇ, ਕਿਉਂਕਿ ਉਹ ਪ੍ਰਸ਼ਾਦ ਆ ਤੇ ਉਹਦੇ ਨਾਲ ਮਨ ਵੀ ਖੁਸ਼ ਹੁੰਦਾ ਤੇ ਨਾਲ ਫਸਲਾਂ ਵੀ ਤਿਆਰ ਨੇ। ਤੇ ਉਹਦੇ ਵਾਸਤੇ ਇੱਕ ਮੁਸ਼ਕਿਲ ਵੀ ਖੜੀ ਹੋ ਗਈ ਹੈ ਕਿ ਗਰਮੀ ਜ਼ਿਆਦਾ ਪੈਣ ਕਰਕੇ ਜੋ ਫਸਲ ਹੈ ਉਹਦੇ 'ਚ ਕੁਝ ਨੁਕਸ ਪੈ ਗਿਆ ਟੈਕਨੀਕਲੀ। ਜਿਹੜੀ ਕਣਕ ਆਉਣ ਵਾਲੀ ਹੈ ਮੰਡੀਆਂ ਦੇ ਵਿੱਚ ਤਾਂ ਉਹਨੂੰ ਲੈ ਕੇ ਵੀ ਸਰਕਾਰ ਹੱਥ ਖੜੇ ਕਰਦੀ ਪਈ ਹੈ ਕਿ ਅਸੀਂ ਫਸਲਾਂ ਨਹੀਂ ਖਰੀਦਾਂਗੇ। ਅੱਛਾ, ਕਿਉਂ ਨਹੀਂ ਖਰੀਦਣਗੇ? ਕਿਹੜਾ ਨੁਕਸ ਹੈ? ਨੁਕਸ ਇਹ ਹੈ ਕਿ ਕੁਝ ਸੁੱਕ ਗਈ ਹੈ ਅੰਦਰ ਜੋ ਨਮੀ ਹੋਣੀ ਚਾਹੀਦੀ ਸੀ ਬਰਕਰਾਰ, ਕਿਉਂਕਿ ਗਰਮੀਆਂ ਅਗੇਤੀਆਂ ਆ ਗਈਆਂ ਨੇ। ਇਸ ਕਰਕੇ ਕੁਝ ਜਿਹੜੇ ਮਾਹਿਰ ਨੇ ਐਗਰੀਕਲਚਰ ਦੇ ਉਹਨਾਂ ਦਾ ਇਹ ਮੰਨਣਾ ਹੈ, ਪਰ ਕਿਸਾਨ ਇਹ ਕਿੱਥੋਂ ਤੱਕ ਝੱਲ ਸਕਦਾ ਇਸ ਮੁਸੀਬਤ ਨੂੰ, ਕਿੱਥੋਂ ਤੱਕ ਜਾ ਕੇ ਉਹਨੂੰ ਮੁਆਵਜ਼ਾ ਮਿਲ ਸਕਦਾ ਇਹ ਪਤਾ ਨਹੀਂ। ਪਰ ਗੌਰਮੈਂਟ ਨੇ ਹੱਥ ਖੜੇ ਕੀਤੇ ਨੇ ਤੇ ਇੱਥੇ ਆ ਕੇ ਗੱਲ ਇਹ ਹੋ ਰਹੀ ਹੈ ਕਿ ਕਿਤੇ ਪ੍ਰਾਈਵੇਟ ਸੈਕਟਰ ਆ ਨਾ ਜਾਵੇ ਉਹਨਾਂ ਦੀਆਂ ਫਸਲਾਂ ਖਰੀਦਣ ਵਾਸਤੇ, ਕਿਉਂਕਿ ਉਹਨਾਂ ਨੂੰ ਇਸ ਵਕਤ ਗਾਹਕ ਚਾਹੀਦਾ ਵਾਕਈ। ਤੇ ਜੇ ਪ੍ਰਾਈਵੇਟ ਸੈਕਟਰ ਆ ਜਾਂਦਾ, ਇੱਕ ਪੈਰਲਲ ਮੰਡੀ ਖੜੀ ਹੋ ਜਾਂਦੀ ਹੈ ਤੇ ਫਿਰ ਉਹ 3 ਖੇਤੀ ਕਾਨੂੰਨ ਉਹ ਵੀ ਸਾਨੂੰ ਦਿਖਦੇ ਪਏ ਨੇ। ਸੋ ਇਹ ਪੈਰਲਲ ਮੰਡੀ ਜੇ ਸਟਰੋਂਗ ਹੋ ਜਾਂਦੀ ਆ ਤਾਂ ਫਿਰ ਗਵਰਨਮੈਂਟ ਦੀ ਮੰਡੀ ਦਾ ਕੀ ਬਣੂ, ਕਿਉਂਕਿ ਆਲਰੇਡੀ ਅਸੀਂ BSNL ਦਾ ਰਿਜ਼ਲਟ ਦੇਖ ਚੁੱਕੇ ਹਾਂ ਕਿ ਪ੍ਰਾਈਵੇਟ ਟੈਲੀਕਮਿਊਨੀਕੇਸ਼ਨ ਕੰਪਨੀਆਂ ਆ ਗਈਆਂ ਤੇ ਗਵਰਨਮੈਂਟ ਦੀ ਟੈਲੀਕਮਿਊਨੀਕੇਸ਼ਨ ਕੰਪਨੀ ਦਾ ਕੀ ਬਣਿਆ। ਵਾਕਈ ਸਾਰਾ ਜੋ ਸੀਨ ਬਣਦਾ ਪਿਆ ਕਾਫੀ ਰਿਸਕੀ ਬਣਦਾ ਪਿਆ, ਕਿਉਂਕਿ ਉਧਰ ਰੂਰਲ ਡਿਵੈਲਪਮੈਂਟ ਜਿਹੜਾ ਫੰਡ ਮਿਲਦਾ ਹੈ ਉਹ ਵੀ ਰੋਕਿਆ ਹੋਇਆ ਸਰਕਾਰ ਨੇ, ਕਿਉਂਕਿ ਕਹਿੰਦੇ ਨੇ ਕਿ ਕਲੌਜ਼ 7 ਦੇ ਵਿੱਚ ਜੋ 1966 ਦਾ ਹੈ ਉਹਦੇ ਵਿੱਚ ਕੁਝ ਚੇਂਜਸ ਚਾਹੀਦੀਆਂ ਨੇ ਅੱਜ ਦੇ ਵਕਤ ਦੇ ਮੁਤਾਬਿਕ। ਤਾਂ ਫੌਰਨ ਕਰੋ ਤਾਂ ਫੰਡ ਰਿਲੀਜ਼ ਹੋਏਗਾ ਔਰ ਉਸੇ ਫੰਡ ਨਾਲ ਹੀ ਫਸਲਾਂ ਖਰੀਦੀਆਂ ਜਾਂਦੀਆਂ ਨੇ। ਪਰ ਅੱਜ ਉਹਦੇ ਲਈ ਮੈਨੂੰ ਲੱਗਦਾ ਆਰਡੀਨੈਂਸ ਪਾ ਦਿੱਤਾ ਹੈ ਔਰ ਉਸੇ ਫੰਡ ਦੇ ਨਾਲ ਨਹੀਂ ਫਸਲਾਂ ਖਰੀਦੀ ਜਾਂਦੀਆਂ। ਫਸਲਾਂ ਦੇ ਨਾਲ ਮਾਰਕੀਟ ਨੂੰ ਸਾਰਾ ਮਾਰਕੀਟ ਨੂੰ ਸੰਭਾਲ ਕੀਤੀ ਜਾਂਦੀ ਆ। ਔਰ ਜਿਹੜਾ CLB ਜਿਹਨੂੰ ਅਸੀਂ ਕਹਿੰਦੇ ਆ, ਜਿਹੜੇ ਅਸੀਂ ਬੈਂਕ ਤੋਂ ਲੋਨ ਲੈਂਦੇ ਹੁੰਦੇ ਆ ਖਰੀਦਣ ਦੀ, ਉਹਦੀ ਕਿਸ਼ਤ ਸਾਡੇ ਕੋਲ ਪਹਿਲਾਂ ਆ ਗਈ ਆ ਔਰ ਉਹ ਤੇ ਸਭ ਕੁਝ ਸੈੱਟ ਹੋ ਗਿਆ। ਹਾਲਾਂਕਿ ਅੱਜ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਿਹੜਾ ਐਕਟ ਹੈ ਉਹਦੇ ਲਈ ਅੱਜ ਆਰਡੀਨੈਂਸ ਜਿਹੜਾ ਸੀਗਾ ਕੈਬਨਿਟ ਦੇ ਵਿੱਚ ਜਿਹੜਾ ਉਹ ਪਾਸ ਕਰ ਦਿੱਤਾ ਗਿਆ। ਹੁਣ ਮੈਨੂੰ ਲੱਗਦਾ ਕਿ ਬਹੁਤ ਜਲਦੀ ਇਹ ਜਿਹੜਾ ਲਾਗੂ ਵੀ ਹੋ ਜਾਏਗਾ। ਔਰ ਉਸ ਦੇ ਨਾਲ ਜਿਹੜੀ ਇੱਕ ਹੈ ਕਿ ਵਾਟਰ ਸੈਨੀਟੇਸ਼ਨ ਵਿਭਾਗ ਦੇ ਵਿੱਚ 147 ਪੋਸਟਾਂ ਜਿਹੜੀਆਂ ਨੇ ਉਹ ਵੀ ਕੱਢ ਦਿੱਤੀਆਂ। ਸੋ ਕੱਲ੍ਹ ਵਾਲੀ ਕੈਬਨਿਟ ਜਿਹੜੀ ਆਪਾਂ ਕਹਿ ਲਈਏ ਜਾਂ ਇਹ ਕਹਿ ਲਈਏ ਕਿ ਕੈਬਨਿਟ ਦੇ ਜਿਹੜੇ ਫੈਸਲੇ ਨੇ ਉਹ ਸੁਖਾਵੇਂ ਰਹਿ ਗਏ ਨੇ। ਬਿਲਕੁਲ ਸੁਖਾਵੇਂ ਰਹਿ ਗਏ ਨੇ ਔਰ ਸੁਖਾਵੇਂ ਰਹਿਣੇ ਚਾਹੀਦੇ ਵੀ ਨੇ, ਤਾਂ ਹੀ ਜਾ ਕੇ ਕੁਝ ਗਤੀ ਹੋਣੀ ਹੈ ਪੰਜਾਬ ਦੀ ਜੋ ਇਸ ਵਕਤ ਹਾਲਾਤ ਬਣੇ ਹੋਏ ਨੇ। ਸੋ ਮੇਨ ਚੀਜ਼ ਤੇ ਜਤਿੰਦਰ ਜੀ ਇਹੀ ਹੈ ਕਿ ਸਭ ਤੋਂ ਪਹਿਲਾਂ ਕਿ ਤੁਸੀਂ ਆਪਣਾ ਖਜ਼ਾਨਾ ਭਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਜਦੋਂ ਤੱਕ ਖਜ਼ਾਨਾ ਨਹੀਂ ਭਰੇਗਾ ਨਾ ਉਦੋਂ ਤੱਕ ਅਸੀਂ ਕਿਸੇ ਵੀ ਚੀਜ਼ ਨੂੰ ਪੁਖਤਾ ਤੌਰ ਤੇ ਲਾਗੂ ਨਹੀਂ ਕਰ ਸਕਦੇ। ਨਵੀਆਂ ਨੌਕਰੀਆਂ ਕੱਢਣੀਆਂ ਨੇ, ਪੁਰਾਣਿਆਂ ਨੂੰ ਪੱਕਿਆਂ ਕਰਨਾ ਹੈ, ਉਹ ਵੀ ਪ੍ਰੋਮਿਸ ਅਸੀਂ ਕੀਤੇ ਹੋਏ ਨੇ। ਉਸ ਤੋਂ ਇਲਾਵਾ ਜਿਹੜੇ ਫ੍ਰੀ ਬੀਜ਼ ਪੋਲੀਟਿਕਸ ਨੇ ਉਹਨੂੰ ਤਾਂ ਖੈਰ ਇੱਕ ਪਾਸੇ ਕਰ ਦਿਓ ਤੁਸੀਂ, ਪਰ ਜਿਹੜੀਆਂ ਸਭ ਤੋਂ ਜ਼ਿਆਦਾ ਜ਼ਰੂਰਤਾਂ ਨੇ ਉਹਦੇ ਵੱਲ ਆਓ। ਆ ਜਿਹੜਾ 1000 ਰੁਪਇਆ ਕਹਿੰਦੇ ਨੇ ਕਿ ਹਰ ਇੱਕ ਲੇਡੀਜ਼ ਨੂੰ ਵੀ ਦੇਣਾ ਜਿਹੜੇ 18 ਸਾਲ ਤੋਂ ਉੱਤੇ ਨੇ, ਉਹਦੇ ਵਾਸਤੇ ਵੀ ਇਹ ਹੋਣਾ ਚਾਹੀਦਾ ਕਿ ਜਿੱਥੇ ਲੋੜ ਹੈ ਉੱਥੇ ਦਿਓ, ਜਿੱਥੇ ਲੋੜ ਨਹੀਂ ਉੱਥੇ ਨਾ ਦਿਓ, ਕਿਉਂਕਿ ਕਈ ਤਾਂ ਬੜੇ ਰਹੀਸ ਲੋਕ ਨੇ, ਉਹਨਾਂ ਨੂੰ ਕਿਉਂ ਦੇਣਾ ਹੈ। ਜਦੋਂ ਵਾਅਦਿਆਂ ਦੀ ਗੱਲ ਕੀਤੀ ਜਾਂਦੀ ਹੈ ਸੰਜੀਵ ਜੀ, ਵਾਅਦੇ ਜਿਹੜੇ ਨੇ ਉਹ ਸਾਰਿਆਂ ਨੂੰ ਦੇ ਦਿੱਤੇ ਜਾਂਦੇ ਨੇ ਔਰ ਸਾਰਿਆਂ ਨੂੰ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਕਿ ਤੁਸੀਂ ਕਿਵੇਂ ਮੈਨੇਜ ਕਰੋਗੇ, ਕਿਵੇਂ ਤੁਸੀਂ ਘਰ ਭਰਤੀ ਜਿਹੜੀ ਆ ਔਰਤ ਹੈ ਉਹਨੂੰ 18 ਸਾਲ ਤੋਂ ਵੱਧ ਦੀ ਤੁਸੀਂ ਕਹਿ ਰਹੇ ਹੋ, ਕਿਵੇਂ ਤੁਸੀਂ ਉਹਨੂੰ 1000 ਰੁਪਇਆ ਦਿਓਗੇ। ਤਾਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਬਹੁਤ ਪਹਿਲਾਂ ਹੀ ਕੈਲਕੂਲੇਟ ਕਰ ਲਿਆ ਆ, ਅਸੀਂ ਇਸ ਚੀਜ਼ ਨੂੰ ਸੁਖਾਵੇਂ ਤਰੀਕੇ ਦੇ ਨਾਲ ਲਾਗੂ ਕਰ ਦੇਵਾਂਗੇ। ਹੁਣ ਸਮਾਂ ਆ ਕਿ ਉਹ ਕਿਵੇਂ ਲਾਗੂ ਕਰਦੇ ਨੇ, ਕਿਉਂਕਿ ਵਾਅਦਾ ਤੇ ਵਾਅਦਾ ਹੈ ਨਾ, ਤੇ ਜੇ ਤੁਸੀਂ ਵਾਅਦਾ ਪੂਰਾ ਨਹੀਂ ਕਰਦੇ ਫਿਰ ਵਾਅਦਾ ਖਿਲਾਫੀ ਵੀ ਆ। ਫਿਰ ਦੂਸਰੇ ਨੰਬਰ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ 300 ਯੂਨਿਟ ਜਿਹੜਾ ਮਾਫ ਕਰਨ ਦੀ ਗੱਲ ਕਹੀ ਸੀਗੀ। ਹੁਣ 300 ਯੂਨਿਟ ਮਾਫ ਕਰਨੀ ਉਤੋਂ ਬਿਜਲੀ ਦਾ ਉੱਤੇ, ਕਿਉਂਕਿ ਕੋਲਾ ਅੱਜ ਕੱਲ੍ਹ ਸਾਡੇ ਕੋਲੇ ਪੰਜਾਬ ਦੇ ਕੋਲ ਜਿਹੜਾ ਰਿਜ਼ਰਵ ਕੋਲਾ ਸੀਗਾ ਉਹ ਵੀ ਖਤਮ ਹੋ ਗਿਆ। ਹੁਣ ਅਸੀਂ ਕੇਂਦਰੀ ਪੂਲ 'ਚੋਂ ਬਿਜਲੀ ਵੀ ਲੈਣੀ ਸ਼ੁਰੂ ਕਰ ਦਿੱਤੀ ਹੈ ਔਰ ਅੱਗੋਂ ਝੋਨੇ ਦਾ ਸੀਜ਼ਨ ਆ ਜਾਣਾ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਚੈਲੰਜਿੰਗ ਨੇ, ਪਰ ਚੈਲੰਜਿੰਗ ਦੇ ਨਾਲ ਨਾਲ ਇਹ ਸਵਾਲ ਤੇ ਜਵਾਬ ਹੁਣ ਵੀ ਬਣਦੇ ਨੇ ਕੇਜਰੀਵਾਲ ਸਾਹਿਬ ਨੂੰ, ਕਿਉਂਕਿ ਉਹ ਕਹਿੰਦੇ ਸੀ ਕਿ ਮੈਂ ਇੰਜੀਨੀਅਰਿੰਗ ਸਟੂਡੈਂਟ ਰਿਹਾ ਆ, ਮੈਂ ਸਭ ਕੁਝ ਕੈਲਕੂਲੇਟ ਕਰਕੇ ਆਉਣਾ ਆ। ਤਾਂ ਕੈਲਕੂਲੇਟ ਕਿਵੇਂ ਕੀਤਾ ਸੀਗਾ, ਹੁਣ ਉਹ ਕੈਲਕੂਲੇਟ ਪ੍ਰਤੱਖ ਹੋਏਗਾ ਕਿ ਨਹੀਂ ਹੋਏਗਾ, ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਕਿਉਂਕਿ ਲੋਕਾਂ ਨੂੰ ਡਿਲੀਵਰੀ ਚਾਹੀਦੀ ਹੈ, ਲੋਕਾਂ ਨੂੰ ਗੱਲਾਂ ਨਹੀਂ ਚਾਹੀਦੀਆਂ। ਲੋਕਾਂ ਨੂੰ ਕੁਛ ਨਹੀਂ ਮਤਲਬ ਕਿ ਤੁਸੀਂ ਕਹੋ ਕਿ ਫਲਾਣੇ ਥਾਂ ਤੋਂ ਆਇਆ ਨਹੀਂ, ਫਲਾਣੇ ਥਾਂ ਤੋਂ ਆਇਆ ਨਹੀਂ, ਫਲਾਣਾ ਥਾਂ ਤੋਂ ਸਾਡਾ ਖਜ਼ਾਨਾ ਖਾਲੀ ਆ। ਹੁਣ ਜੇ ਅਸੀਂ ਮਨਪ੍ਰੀਤ ਬਾਦਲ ਹੋਣਾ ਦੀ ਗੱਲ ਕਰ ਲਈਏ, ਕਾਂਗਰਸ ਜਿੰਨੇ ਚਿਰ ਰਹੀ 4.5 ਸਾਲ ਰਹੀ ਤੇ ਉਹ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਆ। ਫਿਰ ਉਹ ਵਿੱਚ ਜੇ ਆ ਕੇ ਐਂਡ ਜੇ ਤੇ ਆ ਕੇ ਕਹਿੰਦੇ ਖਜ਼ਾਨਾ ਹੁਣ ਭਰ ਗਿਆ, ਤੁਸੀਂ ਮੇਰੇ ਤੋਂ ਜੋ ਮਰਜ਼ੀ ਲੈ ਲਓ। ਪਰ ਲੋਕਾਂ ਨੂੰ ਮਿਲਿਆ ਨਹੀਂ,
ਲੋਕਾਂ ਨੂੰ ਤਾਂ 4.5 ਸਾਲ ਵੀ ਉਦਾਂ ਦੇ ਲੱਗੇ ਤੇ ਜਿਹੜੇ ਪਿਛਲੇ 111 ਦਿਨ ਤੁਸੀਂ ਕੱਢੇ, ਚੰਨੀ ਸਰਕਾਰ ਨੇ ਕੱਢੇ, ਉਹ ਵੀ ਉਦਾਂ ਹੀ ਲੱਗੇ। ਸੋ ਲੋਕਾਂ ਨੂੰ ਨਹੀਂ ਮਤਲਬ ਹੁਣ ਕਿ ਤੁਸੀਂ ਕੀ ਕਰਦੇ ਹੋ, ਲੋਕਾਂ ਨੂੰ ਰਿਜ਼ਲਟ ਚਾਹੀਦੇ ਨੇ। ਬਿਲਕੁਲ ਸ਼ਾਇਦ ਕੈਪਟਨ ਸਾਹਿਬ ਨੇ ਜਿਹੜੇ ਪੈਸੇ ਰੱਖੇ ਹੋਣਗੇ ਕਿ ਇਲੈਕਸ਼ਨਸ ਆਉਣੀਆਂ ਨੇ, ਉਹਦੇ ਵਾਸਤੇ ਫੰਡ ਰੱਖਿਆ ਹੋਣਾ ਕਿ ਉਹ ਖਰਚ ਕੀਤਾ ਜਾਵੇ, ਕਿਉਂਕਿ ਲੋਕਾਂ ਨੂੰ ਭਰਮਾਉਣਾ, ਆਪਣੇ ਵੱਲ ਲੈ ਕੇ ਆਉਣਾ। ਆਖਿਰ ਦੇ 6 ਮਹੀਨੇ ਜਿਹੜੇ 110 ਦਿਨ ਚੰਨੀ ਸਾਹਿਬ ਦੇ ਖਾਤੇ 'ਚ ਆ ਗਏ, ਵਾਕਈ ਉਹਨਾਂ ਨੇ ਉਸ ਫੰਡ ਦਾ ਭਰਪੂਰ ਇਸਤੇਮਾਲ ਕੀਤਾ। ਸ਼ਾਇਦ ਇੰਨਾ ਮਕਬੂਲ ਕੋਈ ਵੀ ਸੀਐਮ ਨਹੀਂ ਰਿਹਾ ਜਿੰਨੇ ਚੰਨੀ ਸਾਹਿਬ ਰਹੇ ਨੇ। ਪਰ ਮੈਨੂੰ ਲੱਗਦਾ ਕਿ ਗਰਾਊਂਡ ਲੈਵਲ ਦੇ ਉੱਤੇ ਚੰਨੀ ਸਾਹਿਬ ਨੇ ਵੀ ਕੁਝ ਨਹੀਂ ਕੀਤਾ। ਉਹ ਤਾਂ ਸਿਰਫ ਬਿਲਕੁਲ ਠੀਕ ਹੈ। ਮਕਬੂਲੀਅਤ ਹਾਸਲ ਕਰ ਲਈ। ਮਕਬੂਲੀਅਤ ਇਸ ਕਰਕੇ ਹਾਸਲ ਕਰ ਲਈ ਕਿਉਂਕਿ ਜਦੋਂ ਤੁਸੀਂ ਨਾ ਅਨਪ੍ਰੈਡਿਕਟੇਬਲੀ ਕਿਤੇ ਆਉਨੇ, ਤੁਹਾਡਾ ਕੋਈ ਦੂਰ ਤੱਕ ਕਿਆਸ ਨਾ ਲੱਗਾ ਹੋਵੇ ਨਾ ਕਿ ਤੁਸੀਂ ਬਣ ਜਾਓ, ਫਿਰ ਉਸ ਤੋਂ ਬਾਅਦ ਤੁਹਾਨੂੰ ਡਰਾਮੇ ਕਰਨੇ ਆਉਂਦੇ ਹੋਣ, ਤੁਸੀਂ ਬੱਕਰੀ ਚੋਲੋ, ਮੰਜੇ ਘੜ ਲਓ, ਫਲਾਣੇ ਥਾਂ ਕੁਝ ਕਰ ਲਓ, ਸ਼ਗਨ ਪਾ ਦਿਓ। ਉਹ ਡਰਾਮੇ ਕਰਨੇ ਚੰਗੇ ਆ, ਪਰ ਡਰਾਮਿਆਂ ਦੇ ਨਾਲ ਤੁਸੀਂ ਪਬਲਿਕ ਦੇ ਵਿੱਚ ਆ ਤਾਂ ਗਏ ਹੋ, ਪਬਲਿਕ ਡੋਮੇਨ ਦੇ ਵਿੱਚ ਤਾਂ ਹੈਗੇ, ਪਰ ਤੁਹਾਨੂੰ ਇੰਨਾ ਪਤਾ ਜਿੰਨਾ ਤੁਸੀਂ ਡੋਮੇਨ ਦੇ ਵਿੱਚ ਆ ਗਏ ਉਨੇ ਜ਼ਿਆਦਾ ਤੁਹਾਨੂੰ ਅਲਰਟ ਵੀ ਹੋਣਾ ਪੈਂਦਾ, ਕਿਉਂਕਿ ਫਿਰ ਜਦ ਤੁਸੀਂ ਕੰਮ ਨਹੀਂ ਕਰਦੇ ਨਾ, ਉਹ ਨੈਗੇਟਿਵਿਟੀ ਵੀ ਉਨੀ ਜਲਦੀ ਫੈਲਦੀ ਹੈ। ਉਹਨਾਂ ਦੇ ਨਾਲ ਸੇਮ ਚੀਜ਼ ਇਹੀ ਹੋਈ ਹੈ। ਜਿੰਨੇ ਜ਼ਿਆਦਾ ਪਪੂਲਰ ਨੇ ਉਨੀ ਉਹਨਾਂ ਦੀ ਨੈਗੇਟਿਵਿਟੀ ਵੀ ਪਈ ਹੈ, ਕਿਉਂਕਿ ਭਦੌੜ, ਚਮਕੌਰ ਸਾਹਿਬ ਦੋਹਾਂ ਥਾਂ ਤੇ ਉਹਨਾਂ ਨੇ ਕੰਮ ਨਹੀਂ ਕੀਤੇ ਸੀਗੇ, ਦੋਹਾਂ ਥਾਂ ਤੇ ਹਾਰ ਵੀ ਗਏ, ਦੋਹਾਂ ਥਾਂ ਤੋਂ ਤੇ ਨਾਲ ਉਹਨਾਂ ਦੇ ਜੋ ਭਤੀਜਾ ਸਾਹਿਬ ਨੇ, ਉਹਨਾਂ ਦਾ ਫੜਿਆ ਜਾਣਾ, ਈਡੀ ਦੇ ਅੰਡਰ ਆ ਜਾਣਾ, ਈਡੀ ਦੇ ਰਡਾਰ 'ਚ ਆ ਜਾਣਾ, ਉਹ ਖਾਸ ਤੌਰ ਤੇ ਉਹਨਾਂ ਨੂੰ ਖਮਿਆਜ਼ਾ ਪਰ ਚਲੋ ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਮੈਨੂੰ ਲੱਗਦਾ ਹੈ ਨਾ, ਛੱਡ ਦਈਏ। ਆਪਾਂ ਨਵੀਂ ਗੱਲ ਤੇ ਆਉਂਦੇ ਆ ਕਿ ਕਾਂਗਰਸ ਨੇ ਨਵਾਂ ਪ੍ਰਧਾਨ ਲਾ ਲਿਆ। ਲੱਗਦਾ ਨਹੀਂ ਸੀ ਕਿ ਰਾਜਾ ਵੜਿੰਗ ਸਾਹਿਬ ਪ੍ਰਧਾਨ ਬਣ ਜਾਣਗੇ। ਹੈ ਅਨਐਕਸਪੈਕਟਡ ਹੈ, ਕਿਉਂਕਿ ਸਿਆਸਤ ਵਿੱਚ ਸਭ ਕੁਝ ਅਨਐਕਸਪੈਕਟਡ ਹੁੰਦਾ। ਅਨਐਕਸਪੈਕਟਡ ਵੀ ਨਹੀਂ ਸੀਗਾ, ਕਿਉਂਕਿ ਅਗਲਾ ਸੀਐਮ ਤੱਕ ਵੀ ਰਾਜਾ ਵੜਿੰਗ ਨੂੰ ਲੋਕੀ ਕਹਿੰਦੇ ਨੇ, ਬੜੇ ਸਾਰੀਆਂ ਮੀਡੀਆ ਰਿਪੋਰਟਸ ਕਹਿੰਦੀਆਂ ਨੇ ਕਿ ਕੈਲੀਬਰ ਜਿਹੜਾ ਰਾਜਾ ਵੜਿੰਗ ਸਾਹਿਬ ਦਾ ਆ ਉਹ ਅਗਲੇ ਸੀਐਮ ਤੱਕ ਦਾ ਵੀ ਹੈਗਾ ਆ। ਅਨਐਕਸਪੈਕਟਡ ਇਸ ਤਰ੍ਹਾਂ ਸੀ ਖੈਰਾ ਸਾਹਿਬ, ਕਿਉਂਕਿ ਲੋਕ ਇਹੀ ਮੰਨ ਰਹੇ ਸੀ ਕਿ ਇਹ ਸਾਰਾ ਜੋ ਸਿੱਧੂ ਸਾਹਿਬ ਦਾ ਸਭ ਦੇ ਨਾਲ ਮਿਲਣਾ ਜੁਲਣਾ ਹੋ ਰਿਹਾ, ਮੀਟਿੰਗਸ ਹੋ ਰਹੀਆਂ ਨੇ, ਸ਼ਾਇਦ ਇਹ ਹਾਈ ਕਮਾਂਡ ਵੱਲੋਂ ਹੈ ਕਿ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰੋ, ਲੋਕਾਂ ਦੇ ਵਿੱਚ ਜਾ ਕੇ ਤੁਸੀਂ ਲੋਕਾਂ ਦਾ ਧਿਆਨ ਖਿੱਚਣ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਇੱਕ ਵਾਰ ਫਿਰ ਤੋਂ ਪਪੂਲਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਕਿਉਂਕਿ ਲੱਗਦਾ ਸੀਗਾ ਕਿ ਸਿੱਧੂ ਸਾਹਿਬ ਕਾਂਗਰਸ ਦੀ ਅਨਸਰ ਦੀ ਲੋੜ ਨੇ, ਉਹਨਾਂ ਨੂੰ ਅੱਗੇ ਲਿਆਉਣਾ ਹੀ ਪੈਣਾ, ਔਰ ਇਹ ਕਿਹਾ ਜਾਂਦਾ ਸੀਗਾ ਕਿ ਮੁੜ ਤੋਂ ਥਾਪਣਾ ਪਊਗਾ ਇਹਨਾਂ ਨੂੰ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ, ਤੇ ਨਾਲ ਖਹਿਰਾ ਸਾਹਿਬ ਹੋਣਗੇ ਲੀਡਰ ਆਫ ਓਪੋਜੀਸ਼ਨ, LOP ਉਹ ਹੋਣਗੇ, ਦੋਵੇਂ ਮਿਲ ਕੇ ਆਮ ਆਦਮੀ ਪਾਰਟੀ ਨੂੰ ਟੱਕਰ ਦੇ ਸਕਦੇ ਨੇ, ਕਿਉਂਕਿ ਇੱਕ ਅਗਰੈਸਿਵ ਨੀਤੀ ਚਾਹੀਦੀ ਹੈ ਇਸ ਵਕਤ ਬਾਉਂਸ ਬੈਕ ਕਰਨ ਵਾਸਤੇ ਕਾਂਗਰਸ ਨੂੰ, ਤਾਂ ਕਿ ਉਹ ਮੁੜ ਤੋਂ ਆਪਣੇ ਪੈਰਾਂ ਭਾਰ ਹੋ ਸਕੇ ਪੰਜਾਬ ਦੀ ਸਿਆਸਤ ਦੇ ਵਿੱਚ। ਪਰ ਇਹ ਕੈਲਕੂਲੇਸ਼ਨਸ ਵੱਖਰੀਆਂ ਨਿਕਲੀਆਂ। ਰਾਜਾ ਵੜਿੰਗ ਸਾਹਿਬ ਨੂੰ ਅੱਗੇ ਲਿਆਂਦਾ ਗਿਆ, ਸ਼ਾਇਦ ਉਹਨਾਂ ਦੀ ਜੋ ਕਾਰਗੁਜ਼ਾਰੀ ਰਹੀ ਹੈ, ਟਰਾਂਸਪੋਰਟ ਮੰਤਰੀ ਰਹੇ ਨੇ, ਬੱਸਾਂ ਨੂੰ ਲੈ ਕੇ ਛਾਪੇ ਮਾਰਨੇ, ਉਹਨਾਂ ਦੀਆਂ ਬੜੀਆਂ ਬੋਲਡ ਸਟੇਟਮੈਂਟਸ ਵੀ ਆਉਂਦੀਆਂ ਰਹੀਆਂ, ਐਕਸ਼ਨ ਹੀਰੋ ਵਕਨ, ਤਾਂ ਕਾਂਗਰਸ ਨੂੰ ਲੱਗਿਆ ਕਿ ਇਹ ਸੰਭਾਲ ਸਕਦੇ ਨੇ। ਖੈਰ ਠੀਕ ਹੈ, ਸੰਭਾਲ ਸਕਦੇ ਹੋਣਗੇ, ਪਰ ਗੱਲ ਉਹੀ ਹੈ ਡਿਲੀਵਰ, ਜਦੋਂ ਤੱਕ ਡਿਲੀਵਰ ਨਹੀਂ ਹੋਏਗਾ ਉਦੋਂ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ। ਵਾਕਈ ਡਿਲੀਵਰ ਨਹੀਂ ਹੋਣਾ। ਪਰ ਹੁਣ ਅੱਜ ਮੈਂ ਜਦੋਂ ਸੁਣਦਾ ਪਿਆ ਸੀਗਾ, ਉਹ ਕਹਿੰਦੇ ਕਿ ਡਿਸਿਪਲਿਨ ਜਿਹੜਾ ਆ ਉਹ ਇੱਕ ਵੱਡੀ ਜਿਹੜੀ ਗੱਲ ਹੈ ਉਹ ਪੰਜਾਬ ਕਾਂਗਰਸ ਦੇ ਲਈ ਕੀਤੀ ਜਾਊਗੀ, ਕਿ ਜਿਹੜੇ ਡਿਸਿਪਲਿਨ ਨਹੀਂ ਹੁੰਦੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਰਖਾਸਤ ਵੀ ਕੀਤਾ ਜਾ ਸਕਦਾ। ਉਹਨਾਂ ਨੇ ਨਾਲੇ ਇਹ ਵੀ ਕਹਿ ਦਿੱਤਾ ਕਿ ਹਾਂ ਬੇਸ਼ੱਕ ਤੁਹਾਡੇ ਮੇਰੇ ਨਾਲ ਮਤਭੇਦ ਹੋਣਗੇ, ਕਿ ਇਹ ਨਹੀਂ ਮੈਂ ਪ੍ਰਧਾਨ ਆ ਪਾਰਟੀ ਦਾ ਤਾਂ ਮੈਂ ਸਭ ਕੁਝ ਚੰਗਾ ਹੀ ਕਰਾਂ, ਜੇ ਮੇਰੇ ਨਾਲ ਮਤਭੇਦ ਹੈ ਤਾਂ ਮੈਨੂੰ ਆ ਕੇ ਦੱਸੋ, ਜੇ ਮੈਨੂੰ ਨਹੀਂ ਦੱਸ ਸਕਦੇ ਤਾਂ ਰਾਹੁਲ ਗਾਂਧੀ ਸਾਹਿਬ ਨੂੰ ਦੱਸ ਦਿਓ, ਨਹੀਂ ਤਾਂ ਫਿਰ ਕਿਸੇ ਹੋਰ ਹਾਈ ਕਮਾਨ ਨੂੰ ਦੱਸ ਦਿਓ। ਹੁਣ ਇਹ ਤਰੀਕਾ ਤਾਂ ਬਿਲਕੁਲ ਸਹੀ ਆ। ਸਾਨੂੰ ਵੀ ਪਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ, ਪੰਜਾਬ ਕਾਂਗਰਸ ਜਿਹੜੀ ਹੈ ਉਹ ਦੋ ਫਾੜ ਕੀ ਤਫਾੜ ਹੋ ਗਈ ਹੈ, ਪਤਾ ਨਹੀਂ ਲੱਗਦਾ ਕਿੰਨੇ ਫਾੜ ਹੋ ਗਏ। ਕਾਂਗਰਸ ਦੇ ਵਿੱਚ ਸਾਰੇ ਲੀਡਰ ਨੇ, ਸਾਰੇ ਲੀਡਰ ਨੇ, ਔਰ ਪਤਾ ਲੱਗਦਾ ਹੈ ਕਿ ਹਰ ਕੋਈ ਕੁਰਸੀ ਦੇ ਪਿੱਛੇ ਆ। ਨਵਜੋਤ ਸਿੰਘ ਸਿੱਧੂ ਦਾ ਧੜਾ ਆਪਣਾ ਹੀ ਹੈ। ਹੁਣ ਇਹ ਗੱਲ ਹੈ ਕਿ ਇਹ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਵਿੱਚੋਂ ਹੀ ਆਉਂਦੇ ਨੇ। ਰਾਜਾ ਵੜਿੰਗ ਸਾਹਿਬ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਵਿੱਚੋਂ ਆਉਂਦੇ ਨੇ। ਮਨਪ੍ਰੀਤ ਬਾਦਲ, ਰਾਜਾ ਵੜਿੰਗ ਸਾਹਿਬ, ਨਵਜੋਤ ਸਿੰਘ ਸਿੱਧੂ, ਇਹ ਇੱਕ ਧੜਾ ਜਿਹਾ ਲੱਗਦਾ ਸੀਗਾ। ਪ੍ਰਗਟ ਸਿੰਘ ਹੋਣੀ ਹੋ ਗਏ। ਹੁਣ ਇਹ ਹੈ ਕਿ ਹੁਣ ਕੌਣ, ਜਿਵੇਂ ਇਹ ਕਹਿੰਦੇ ਆ ਕਿ ਇਨਡਿਸਿਪਲਿਨ ਸਭ ਤੋਂ ਜ਼ਿਆਦਾ ਕਹਿੰਦੇ ਫੈਲਾਇਆ ਨਵਜੋਤ ਸਿੰਘ ਸਿੱਧੂ ਹੋਣਾ ਨੇ। ਹਾਂ, ਇੱਕ ਐਂਗਲ ਨਾਲ ਜਿੱਦਾਂ ਹਾਈ ਕਮਾਂਡ ਸਮਝਦੀ ਹੈ ਫੈਲਾਇਆ, ਪਰ ਉਹ ਇੱਕ ਤਰ੍ਹਾਂ ਨਾਲ ਕਹਿੰਦੇ ਨੇ ਕਿ ਮੈਂ ਪੰਜਾਬ ਦਾ ਵਿਕਾਸ ਮਾਡਲ ਲੈ ਕੇ ਆ ਰਿਹਾ, ਮੈਂ ਇੱਕ ਚੇਂਜ ਲੈ ਕੇ ਆ ਰਿਹਾ, ਇੱਕ ਰਿਵਾਇਤੀ ਪੈਟਰਨ ਤੋਂ ਹਟ ਕੇ ਗੱਲ ਕਰ ਰਿਹਾ। ਪਰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਉਹ ਪੰਜਾਬ ਕਾਂਗਰਸ ਨੂੰ ਤਬਾਹ ਕਰਨ ਆਏ ਨੇ, ਉਹ ਪੰਜਾਬ ਕਾਂਗਰਸ ਨੂੰ ਤਬਾਹ ਕਰ ਦਿੱਤਾ ਉਹਨਾਂ ਨੇ। ਠੀਕ ਹੈ, ਜੋ ਰਿਜ਼ਲਟ ਆਏ ਨੇ ਉਹ ਇਹੀ ਲੱਗਦੇ ਨੇ। ਔਰ ਫਿਰ ਹੁਣ ਇਹ ਗੱਲ ਹੈ ਨਾ ਕਿ ਜੇ ਰਿਵਾਈਵਲ ਮੋਡ ਤੇ ਆ ਗਏ ਤਾਂ ਫਿਰ ਜੇ ਇਨਡਿਸਿਪਲਿਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਕਿਹਨੂੰ ਇਨਡਿਸਿਪਲਿਨ ਦੇ ਅਕੋਰਡਿੰਗ ਜਿਹੜਾ ਵੰਡਿਆ ਜਾਊਗਾ। ਨੈਚੁਰਲੀ ਜਿਹੜੀ ਹੁਣ ਸਟ੍ਰੈਟਜੀ ਬਣੀ ਹੋਈ ਹੈ ਤਾਂ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਨਿਸ਼ਾਨੇ ਤੇ ਆਉਂਦੇ ਨੇ। ਬਿਕੋਜ਼ ਗੱਲ ਇਹ ਹੈ ਕਿ ਇਸ ਵਕਤ ਕਾਂਗਰਸ ਨੂੰ ਚਾਹੀਦੀ ਹੈ, ਜਿਸ ਤਰ੍ਹਾਂ ਮਾਰਕੀਟਿੰਗ ਦੇ ਵਿੱਚ ਨਹੀਂ ਕਹਿੰਦੇ ਕਿ ਅਟੈਕ ਫਰੋਮ ਆਲ ਸਾਈਡਸ, ਉਸ ਤਰ੍ਹਾਂ ਕਰਕੇ 360 ਡਿਗਰੀ ਦੇ ਉੱਤੇ ਤੁਹਾਨੂੰ ਆਉਣਾ ਹੀ ਪੈਣਾ, ਤਾਂ ਜਾ ਕੇ ਤੁਸੀਂ ਰਿਵਾਈਵ ਕਰ ਸਕਦੇ ਹੋ 137 ਸਾਲ ਪੁਰਾਣੀ ਪਾਰਟੀ ਨੂੰ। ਔਰ ਕੀ ਹਾਲਾਤ ਹੋ ਗਏ ਨੇ ਤੁਹਾਡੇ ਸਾਹਮਣੇ ਨੇ, ਜਿੱਦਾਂ ਸੀਟਾਂ ਹੀ ਨਹੀਂ ਆ ਰਹੀਆਂ, ਕਿਉਂਕਿ ਜਿਹੜੀਆਂ ਇਹ ਸੀਟਾਂ ਆਈਆਂ ਨੇ ਇਹਦਾ ਕੋਈ ਮਾਇਨੇ ਨਹੀਂ ਹੈ ਇਸ ਵਕਤ। ਵਾਕਈ ਤੁਸੀਂ ਪੂਰੇ ਭਾਰਤ ਦੀ ਗੱਲ ਕਰ ਲਓ, ਛੱਤੀਸਗੜ੍ਹ ਤੇ ਰਾਜਸਥਾਨ ਹੀ ਹੈ, ਇਸ ਤੋਂ ਇਲਾਵਾ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ ਹੈ।
ਛੱਤੀਸਗੜ੍ਹ ਰਾਜਸਥਾਨ ਇਹਨਾਂ ਦੀ ਸਰਕਾਰ ਹੈ, ਚਾਹੇ ਜੇ ਰਾਜਸਥਾਨ ਦੀ ਗੱਲ ਹੈ ਤਾਂ ਅੱਜ ਡਿੱਗੀ ਕੱਲ ਡਿੱਗੀ, ਅੱਜ ਡਿੱਗੀ ਕੱਲ ਡਿੱਗੀ ਵਾਲੀ ਗੱਲ ਹੈ। ਬਿਲਕੁਲ, ਔਰ ਕਈ ਲੋਕ ਇਹ ਮੰਨਦੇ ਨੇ, ਐਕਸਪਰਟਸ ਮੰਨਦੇ ਨੇ ਕਿ ਜਿਹੜੀ ਇਹ ਸਪੇਸ ਖਾਲੀ ਹੋ ਰਹੀ ਹੈ ਇਹ ਆਮ ਆਦਮੀ ਪਾਰਟੀ ਇਸ ਨੂੰ ਟੇਕ ਓਵਰ ਕਰ ਲੇਗੀ ਔਰ ਅੱਗੇ ਜਾ ਕੇ ਆਮ ਆਦਮੀ ਪਾਰਟੀ ਪੂਰਾ ਚੈਲੰਜ ਦੇਗੀ ਬੀਜੇਪੀ ਨੂੰ। ਔਰ ਬੀਜੇਪੀ ਨੂੰ ਵੀ ਇਸ ਗੱਲ ਦਾ ਡਰ ਹੈ, ਇਸ ਕਰਕੇ ਇਸ ਤਰ੍ਹਾਂ ਦੀ ਸਟ੍ਰੈਟਜੀ ਬੀਜੇਪੀ ਵੀ ਅਪਣਾ ਰਹੀ ਹੈ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਥੱਲੇ ਲਾ ਕੇ ਰੱਖਣਾ, ਕਿਉਂਕਿ ਪੰਜਾਬ ਦੇ ਵਿੱਚ ਜੋ ਬੀਜੇਪੀ ਦਾ ਰੁਖ ਹੈ ਇਸ ਵਕਤ, ਉਸ ਤੋਂ ਇਹ ਗੱਲ ਸਾਹਮਣੇ ਆ ਰਹੀ ਹੈ। ਇਸ ਵਕਤ ਹਰਿਆਣਾ, ਇਸ ਵਕਤ ਪੰਜਾਬ ਔਰ ਕੇਂਦਰ, ਇਹ ਤਿੰਨਾਂ ਦੀ ਟੱਕਰ ਹੋ ਰਹੀ ਹੈ ਔਰ ਹਰਿਆਣਾ ਤੇ ਕੇਂਦਰ ਦੇ ਵਿੱਚ ਬੀਜੇਪੀ ਹੈ, ਇਸ ਕਰਕੇ ਉਹ ਦਲ ਸਟਰੋਂਗ ਹੈ। ਇਹ ਟ੍ਰਾਇਐਂਗਲ ਜਿਹੜੀ ਬਣੀ ਹੋਈ ਹੈ ਇਹ ਪੰਜਾਬ ਦੇ ਵਾਸਤੇ ਖਤਰਨਾਕ ਹੈ। ਖੈਰ, ਮੁੜ ਕੇ ਆਪਾਂ ਆਉਂਦੇ ਹਾਂ ਕਾਂਗਰਸ ਦੇ ਉੱਤੇ, ਜਿਹੜੀ ਤੁਸੀਂ ਇਹ ਕਿਹਾ, ਰਾਜਾ ਵੜਿੰਗ ਸਾਹਿਬ ਨੇ ਕਿਹਾ ਡਿਸਪਲਿਨ ਹਰ ਥਾਂ ਤੇ ਜ਼ਰੂਰੀ ਹੈ। ਇੱਥੇ ਵੀ ਡਿਸਪਲਿਨ ਜ਼ਰੂਰੀ ਹੈ ਜਿੱਥੇ ਆਪਾਂ ਕੰਮ ਕਰ ਰਹੇ ਹਾਂ, ਵਾਕਈ ਬਿਲਕੁਲ ਜ਼ਰੂਰੀ ਹੈ। ਦੇ ਵਿੱਚ ਹਰ ਤਰ੍ਹਾਂ ਦਾ ਡਿਸਪਲਿਨ ਹੋਏਗਾ ਤਾਂ ਹੀ ਅਸੀਂ ਪ੍ਰੋਡਕਸ਼ਨ ਕਰ ਸਕਦੇ ਹਾਂ। ਕੁਦਰਤ ਦੇ ਵਿੱਚ ਡਿਸਪਲਿਨ ਹੈ ਤਾਂ ਹੀ ਸਭ ਕੁਝ ਚੱਲਦਾ, ਸਮੇਂ ਦੇ ਮੁਤਾਬਿਕ ਚੱਲਦਾ ਹੈ। ਸੂਰਜ ਜਾਂਦਾ, ਰਾਤ ਪੈਂਦੀ, ਦਿਨ ਚੜ੍ਹਦਾ, ਮੌਸਮ ਬਦਲਦੇ ਨੇ, ਸਭ ਕੁਝ ਡਿਸਪਲਿਨ ਹੈ। ਬਿਨਾਂ ਅਨੁਸ਼ਾਸਨ ਤੋਂ ਕਿਸੇ ਵੀ ਫੀਲਡ 'ਚ ਕਾਮਯਾਬ ਨਹੀਂ ਹੋ ਸਕਦੇ, ਚਾਹੇ ਉਹ ਸਪੋਰਟਸ ਹੈ, ਚਾਹੇ ਉਹ ਸਿਆਸਤ ਹੈ। ਤੁਹਾਡਾ ਬਿਲਕੁਲ ਦਰੁਸਤ ਗੱਲ ਹੈ। ਅੱਛਾ, ਹੁਣ ਇੰਟਰਨੈਸ਼ਨਲੀ ਜਾਂਦੇ ਹਾਂ। ਹਾਂਜੀ, ਮੈਂ ਕੱਲ ਨਾ ਕੈਪਟਨ ਅਮਰਿੰਦਰ ਹੁਣਾਂ ਦੇ ਟਵੀਟ ਦੇਖਦਾ ਸੀ, ਉਹ ਕਹਿੰਦੇ ਕਿ ਜਦੋਂ ਤੋਂ ਪੰਜਾਬ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਆਈ ਹੈ ਤੇ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਇਆ ਆ, ਕਹਿੰਦੇ ਉਦੋਂ ਤੋਂ ਕਹਿੰਦੇ ਕ੍ਰਾਈਮ ਰੇਟ ਦੁੱਗਣਾ ਹੋ ਗਿਆ। ਉਦੋਂ ਤੋਂ ਜਿਹੜੇ ਖਿਡਾਰੀ ਆ ਉਹਨਾਂ ਦੀਆਂ ਹੱਤਿਆਵਾਂ ਹੋਣੀਆਂ ਸ਼ੁਰੂ ਹੋ ਗਈਆਂ, ਫੈਸਲੇ ਦਿੱਲੀ ਤੋਂ ਹੋਣੇ ਸ਼ੁਰੂ ਹੋ ਗਏ, ਸਭ ਕੁਝ ਹੋ ਗਿਆ। ਪਰ ਮੈਂ ਦੇਖਦਾ ਸੀਗਾ ਕਿ ਕ੍ਰਾਈਮ ਰੇਟ ਤੇ ਹੁਣ ਇੰਟਰਨੈਸ਼ਨਲ ਵੀ ਬਹੁਤ ਵੱਧ ਗਿਆ। ਜੈਸੇ ਦੇਖੀਏ ਕਿ ਕੱਲ ਜਿਹੜਾ ਆ ਨਿਊਯਾਰਕ ਦੇ ਰਿਚਮੰਡ ਦੇ ਵਿੱਚ ਵੀ 2 ਸਿੱਖਾਂ ਦੇ ਉੱਤੇ ਹਮਲਾ ਹੋ ਗਿਆ। ਬਿਲਕੁਲ। ਸੰਜੀਵ ਜੀ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਰੇਸਿਜ਼ਮ ਹੈ ਔਰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਬਾਹਰੋਂ ਆ ਕੇ, ਕਿਉਂਕਿ ਅਸੀਂ ਪੰਜਾਬੀ ਲੋਕ ਮਿਹਨਤੀ ਹਾਂ ਔਰ ਇਸ ਵਕਤ ਜੋ ਅਮਰੀਕਾ ਦੀ ਜੀਡੀਪੀ ਹੈ, ਅਮਰੀਕਾ ਦੀ ਇਕਨੋਮੀ ਹੈ, ਸਭ ਤੋਂ ਵੱਡਾ ਕੰਟਰੀਬਿਊਸ਼ਨਸ ਜੋ ਪੰਜਾਬੀ ਨੇ ਉਹ ਦੇ ਰਹੇ ਨੇ, ਕਿਉਂਕਿ ਉੱਥੋਂ ਦੇ ਜਿਹੜੇ ਲੋਕਲਸ ਨੇ ਉਹ ਇੰਨੇ ਪੜ੍ਹੇ ਲਿਖੇ ਵੀ ਨਹੀਂ ਔਰ ਲੱਗਦਾ ਕਿਤੇ ਇਹ ਵੀ ਹੈ ਕਿ ਇੰਨੇ ਮਿਹਨਤੀ ਵੀ ਨਹੀਂ ਜਿੰਨੇ ਕਿ ਪੰਜਾਬੀ ਮਿਹਨਤੀ ਨੇ। ਔਰ ਤੁਸੀਂ ਦੇਖੋ ਜਾ ਕੇ ਹਰ ਥਾਂ ਦੇ ਉੱਤੇ ਜਾ ਕੇ ਆਪਣਾ ਸਿੱਕਾ ਜਮਾ ਦੇਣਾ, ਇੱਥੋਂ ਤੱਕ ਕਿ ਉਹ ਸਰਕਾਰਾਂ ਵੀ ਚਲਾ ਰਹੇ ਨੇ, ਉੱਥੋਂ ਤੱਕ ਪਹੁੰਚ ਚੁੱਕੇ ਨੇ। ਪੰਜਾਬ ਸੈਨੇਟ ਦੇ ਵਿੱਚ ਬੜੇ ਬੰਦੇ ਨੇ ਸਾਡੇ ਬੈਠੇ ਨੇ, ਕੈਨੇਡਾ ਦੇ ਵਿੱਚ ਬੈਠੇ ਨੇ, ਕਿੱਥੇ ਨਹੀਂ ਬੈਠੇ ਪੂਰੀ ਵਰਲਡ ਦੇ ਵਿੱਚ। ਤਾਂ ਇਸ ਚੀਜ਼ ਦਾ ਵੀ ਉਹਨਾਂ ਨੂੰ ਇੱਕ ਜੈਲਸ ਫੈਕਟਰ ਆਉਂਦਾ। ਰੇਸਿਜ਼ਮ ਤਾਂ ਹੈ ਹੀ ਹਰ ਥਾਂ ਦੇ ਉੱਤੇ ਕਿ ਅਸੀਂ ਤੁਹਾਡੇ ਨਾਲੋਂ ਵੱਖਰੇ ਹਾਂ, ਅਸੀਂ ਤੁਹਾਡੇ ਨਾਲੋਂ ਵੱਡੇ ਹਾਂ, ਤੁਸੀਂ ਸਾਡੇ ਨਾਲੋਂ ਵੱਡੇ ਨਹੀਂ ਹੋ ਸਕਦੇ। ਇਹ ਅਮਰੀਕਨਸ ਦੇ ਅੰਦਰ ਹੋ ਸਕਦਾ ਹੈ ਕਿ ਇਹ ਜ਼ਰੂਰੀ ਤੌਰ ਤੇ ਹੈ ਔਰ ਅਸੀਂ ਇਹ ਮੰਨਦੇ ਵੀ ਹਾਂ ਕਿ ਅੰਗਰੇਜ਼ਾਂ ਦੇ ਅੰਦਰ ਹੈ, ਕਿਉਂਕਿ ਉਹਨਾਂ ਨੇ ਕਾਫੀ ਦੇਰ ਤੱਕ ਪੂਰੀ ਦੁਨੀਆ ਦੇ ਉੱਤੇ ਰਾਜ ਕੀਤਾ। ਕਹਿੰਦੇ ਨੇ ਕਿ ਉਹਨਾਂ ਦੇ ਰਾਜ ਦੇ ਵਿੱਚ ਕਦੇ ਵੀ ਸੂਰਜ ਨਹੀਂ ਡੁੱਬਦਾ ਸੀ, ਕਿਉਂਕਿ ਤਕਰੀਬਨ ਹਰ ਮੁਲਕ ਦੇ ਉੱਤੇ ਉਹਨਾਂ ਦਾ ਰਾਜ ਸੀ। 75% ਦੁਨੀਆ ਦੇ ਉੱਤੇ ਉਹਨਾਂ ਦਾ ਰਾਜ ਸੀ, ਪਰ ਉਹ ਅੰਗਰੇਜ਼ ਸੀ। ਪਰ ਕਿਤੇ ਨਾ ਕਿਤੇ ਇਹ ਰੇਸ ਇਕੱਠੀ ਹੈ, ਬਲੂ ਆਈਜ਼। ਸੋ ਇਹ ਬਲੂ ਆਈਜ਼ ਵਾਲੇ ਸਮਝਦੇ ਨੇ ਕਿ ਅਸੀਂ ਸਭ ਤੋਂ ਉੱਤੇ ਹਾਂ, ਸਾਡੇ ਮੁਕਾਬਲੇ ਦੇ ਵਿੱਚ ਕੋਈ ਹੋਰ ਹੋ ਨਹੀਂ ਸਕਦਾ। ਸੋ ਇਸ ਕਰਕੇ ਇੱਕ ਰੇਸਿਜ਼ਮ ਵੀ ਹੈ। ਦੂਸਰਾ, ਪੰਜਾਬੀਆਂ ਤੋਂ ਇਹ ਜੈਲਸੀ ਵੀ ਹੋ ਸਕਦੀ ਹੈ ਕਿ ਪੰਜਾਬੀ ਬਹੁਤ ਮਿਹਨਤੀ ਨੇ ਔਰ ਇਹ ਕਿਤੇ ਵੀ ਜਾ ਕੇ ਆਪਣੀ ਪੂਰੀ ਦੀ ਪੂਰੀ ਸੱਤਾ ਕਾਇਮ ਕਰ ਦਿੰਦੇ ਨੇ। ਇਸ ਤਰ੍ਹਾਂ ਵੀ ਉਹ ਦੇਖ ਸਕਦੇ ਨੇ ਕਿ ਇਹਨਾਂ ਨੂੰ ਸਟਾਪ ਕਰੋ ਇੱਥੇ ਆਉਣਾ, ਇਹਨਾਂ ਨੂੰ ਇੱਥੇ ਆਉਣ ਨਹੀਂ ਦੇਣਾ ਚਾਹੀਦਾ, ਜਾਂ ਅਸੀਂ ਇਹਨਾਂ ਦੇ ਉੱਤੇ ਇੰਨਾ ਪ੍ਰੈਸ਼ਰ ਕਰ ਦਈਏ ਕਿ ਆਪ ਹੀ ਇੱਥੇ ਆਉਣਾ ਛੱਡ ਜਾਣ। ਕਈ ਚੀਜ਼ਾਂ ਹੋ ਸਕਦੀਆਂ ਨੇ। ਦੂਜਾ ਇਹ ਵੀ ਹੋ ਸਕਦਾ ਕਿ ਉਹਨਾਂ ਦਾ ਕੋਈ ਆਪਸੀ ਝਗੜਾ ਹੋਵੇ, ਕੋਈ ਲੈਣ ਦੇਣ ਦਾ ਝਗੜਾ ਹੋਵੇ, ਕਿਉਂਕਿ ਜਦੋਂ ਤੱਕ ਇਹ ਮਾਮਲਾ ਸਾਹਮਣੇ ਨਹੀਂ ਆਏਗਾ, ਤਹਿਕੀਕਾਤ ਨਹੀਂ ਹੋਏਗੀ, ਉਦੋਂ ਤੱਕ ਗੱਲ ਬਿਲਕੁਲ ਸਪਸ਼ਟ ਨਹੀਂ ਹੋ ਸਕਦੀ। ਤਾਂ ਉੱਥੇ ਵੀ ਜਿਹੜਾ ਪੰਜਾਬੀ ਭਾਈਚਾਰਾ ਵੱਸਦਾ ਹੈ ਅਮਰੀਕਾ ਦੇ ਵਿੱਚ, ਉਹਨਾਂ ਨੂੰ ਵੀ ਖੜੇ ਹੋਣਾ ਚਾਹੀਦਾ ਹੈ, ਉੱਥੋਂ ਦੀ ਗਵਰਨਮੈਂਟ ਨੂੰ ਵੀ ਖੜੇ ਹੋਣਾ ਚਾਹੀਦਾ ਕਿ ਕਿਉਂ ਇੱਦਾਂ ਹੋਇਆ ਉਹਨਾਂ ਦੇ ਨਾਲ। ਬਲਕਿ ਮੈਨੂੰ ਲੱਗਦਾ ਹੈ ਕਿਸੇ ਵੀ ਕੌਮ ਦੇ ਉੱਤੇ ਹਮਲਾ ਹੋਵੇ, ਇੱਦਾਂ ਨਿਹੱਥੇ ਦਾ ਹੋਵੇ, ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਦੇਖਿਆ ਸੀ ਕਿ ਗੁਰਦੁਆਰਾ ਸਾਹਿਬ ਕੈਨੇਡਾ ਤੋਂ ਆਏ ਸੀ ਉਹ ਬਾਬਾ ਜੀ, ਜਿਹੜੇ ਪਹਿਲਾਂ ਇੱਕ ਦਿਨ ਹੋਇਆ ਇਹਨਾਂ ਦਾ ਹਮਲਾ, ਉਹ ਗੁਰਦੁਆਰਾ ਸਾਹਿਬ ਜਾ ਰਹੇ ਸੀ, ਪਿੱਛੋਂ ਕਿਸੇ ਨੇ ਅਚਾਨਕ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ। ਬਿਲਕੁਲ, ਮੂੰਹ ਦੇ ਉੱਤੇ ਮਾਰਿਆ ਸੀਗਾ। ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਦੇਖੋ ਖੈਰਾ ਸਾਹਿਬ, ਗੱਲ ਇਹ ਹੈ ਕਿ ਸਾਡਾ ਜੋ ਪੁਆਇੰਟ ਆਫ ਵਿਊ ਹੈ ਨਾ, ਅਸੀਂ ਪੰਜਾਬੀਆਂ ਦਾ ਪੰਜਾਬ ਦੀ ਧਰਤੀ ਤੋਂ, ਗੁਰੂ ਸਾਹਿਬਾਨ ਦੀ ਧਰਤੀ ਤੋਂ ਪੁਆਇੰਟ ਆਫ ਵਿਊ ਹੈ, ਉਹ ਯੂਰੋਪੀਅਨ ਪੁਆਇੰਟ ਆਫ ਵਿਊ ਹੈ। ਉਹ ਯੂਰੋਪੀਅਨ ਪੁਆਇੰਟ ਆਫ ਵਿਊ ਨਾਲ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ, ਉਹ ਉਸ ਹਿਸਾਬ ਨਾਲ ਚੱਲਣਗੇ। ਅਸੀਂ ਆਪਣੇ ਪੁਆਇੰਟ ਆਫ ਵਿਊ ਨਾਲ ਉਹਨਾਂ ਨੂੰ ਜੱਜ ਨਹੀਂ ਕਰ ਸਕਦੇ। ਸਾਨੂੰ ਉਹਨਾਂ ਦਾ ਪੁਆਇੰਟ ਆਫ ਵਿਊ ਸਮਝਣਾ ਪਏਗਾ ਕਿ ਜੋ ਉਹ ਅਮਰੀਕਨਸ ਨੇ ਜਿਨ੍ਹਾਂ ਨੇ ਉਸ ਬਜ਼ੁਰਗ ਨੂੰ ਮਾਰਿਆ, ਜਿਨ੍ਹਾਂ ਨੇ ਇਤਨਾ ਭਾਈ ਸਾਹਿਬ ਨੂੰ ਮਾਰਿਆ, ਕਿਉਂ ਮਾਰਿਆ, ਉਹਨਾਂ ਦਾ ਪੁਆਇੰਟ ਆਫ ਵਿਊ ਕਿਉਂ ਹੈ। ਪੁਆਇੰਟ ਆਫ ਵਿਊ ਦੇ ਵਿੱਚ ਇਹ ਜਿਹੜਾ ਰੇਸਿਜ਼ਮ ਹੈ ਇਹ ਤੇ ਪੱਕਾ ਆਏਗਾ ਹੀ ਆਏਗਾ, ਕਿਉਂਕਿ ਅਸੀਂ ਇਸ ਕੰਟਰੀ ਦੇ ਮਾਲਿਕ ਹਾਂ। ਇਸ ਕਰਕੇ ਤੁਸੀਂ ਮਾਈਗ੍ਰੈਂਟਸ ਹੋ। ਹਾਲਾਂਕਿ ਜੇ ਤੁਸੀਂ ਹਿਸਟਰੀ ਦੇਖੋ ਅਮਰੀਕਾ ਦੀ, ਸਾਰੇ ਮਾਈਗ੍ਰੈਂਟਸ ਨੇ ਉੱਥੇ। ਮੈਂ ਉਹੀ ਕਹਿ ਰਿਹਾ, ਅਮਰੀਕਾ ਦਾ ਤਾਂ ਕੋਈ ਵੀ ਨੇਟਿਵ ਅਮਰੀਕਨ ਨਹੀਂ, ਨੇਟਿਵ ਕੋਈ ਵੀ ਨਹੀਂ ਹੈ। ਮੈਕਸੀਕਨਸ ਜ਼ਰੂਰ ਸੀਗੇ, ਪਰ ਅੱਜ ਬਿਲਕੁਲ ਅਲੱਗ ਹੋ ਚੁੱਕਾ ਹੈ। ਇੱਕ ਪੁਰਾਣੀਆਂ ਫਿਲਮਾਂ ਦੇ ਵਿੱਚ ਵੀ ਅਸੀਂ ਦੇਖੋ ਜਿਹੜਾ ਉਹ ਕਲਚਰ ਹੁੰਦਾ ਸੀ ਹਾਰਸਿਸ ਦਾ, ਜਿਹੜੀਆਂ ਉਹ ਟ੍ਰਾਈਬਸ ਹੁੰਦੀਆਂ ਸੀ, ਅੱਜ ਉਹ ਕਿਤੇ ਵੀ ਨਹੀਂ ਹੈਗੀਆਂ। ਇੱਥੋਂ ਤੱਕ ਕਿ ਜਿਹੜੇ ਕੈਨੇਡੀਅਨਸ ਲੋਕਲਸ ਵੀ ਸੀਗੇ, ਅੱਜ ਉਹ ਵੀ ਇੰਨੀ ਸਟਰੋਂਗ ਪੋਜੀਸ਼ਨ ਦੇ ਵਿੱਚ ਨਹੀਂ ਹੈਗੇ, ਕਿਉਂਕਿ ਉਹ ਬਾਹਰੋਂ ਆ ਕੇ ਲੋਕ ਜ਼ਿਆਦਾ ਸਟਰੋਂਗ ਪੋਜੀਸ਼ਨ ਦੇ ਵਿੱਚ ਹੋ ਗਏ ਨੇ। ਸੋ ਨੇਟਿਵਸ ਨੂੰ ਹਰ ਥਾਂ ਦੇ ਉੱਤੇ ਢਾਲ ਲੱਗਿਆ ਹੈ। ਔਰ ਇੰਡੀਆ ਦੇ ਵਿੱਚ ਵੀ ਦੇਖੋ ਨੇਟਿਵਸ ਦੇ ਉੱਤੇ ਹੀ ਹਮਲਾ ਹੋਇਆ ਜਦੋਂ ਅੰਗਰੇਜ਼ ਆਏ ਨੇ। ਇਹ ਤਾਂ ਖੈਰ ਨੇਟਿਵਸ ਖੜੇ ਹੋਏ, ਸਟਰੋਂਗ ਹੋਏ, ਭਗਤ ਸਿੰਘ ਵਰਗੇ ਜੋ ਨੌਜਵਾਨ ਅੱਗੇ ਆਏ ਤੇ ਉਹਨਾਂ ਨੇ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਇੱਥੇ ਨਹੀਂ ਟਿਕ ਸਕੀ ਅੰਗਰੇਜ਼ ਹਕੂਮਤ। ਤੇ ਸੈਕੰਡ ਵਰਲਡ ਵਾਰ ਤੋਂ ਬਾਅਦ ਉਹਨਾਂ ਦੀ ਆਪਣੀ ਪੋਜੀਸ਼ਨ, ਕਿਉਂਕਿ ਹਾਰ ਗਏ ਸੀ, ਬੇੜਾ ਡੁੱਬ ਗਿਆ ਸੀ,
ਅਸੀਂ ਸਾਰੇ ਜਾਣਦੇ ਸਮੁੰਦਰੀ ਬੇੜਾ ਔਰ ਬਹੁਤ ਵੱਡੀ ਹਾਰ ਹੋਈ ਸੀ ਇੰਗਲੈਂਡ ਦੀ ਔਰ ਖੁਦ ਵੀ ਉਸ ਪੋਜੀਸ਼ਨ ਵਿੱਚ ਨਹੀਂ ਰਹਿ ਗਿਆ ਸੀਗਾ ਕਿ ਉਹ ਬਾਕੀ ਦੁਨੀਆ ਦੇ ਉੱਤੇ ਕਬਜ਼ਾ ਕਰ ਸਕੇ। ਤਾਂ ਉਹਨਾਂ ਨੂੰ ਇਹ ਹੋ ਗਿਆ ਸੀ ਕਿ ਅਸੀਂ ਆਪਣੇ ਮੁਲਕ ਨੂੰ ਹੀ ਬਚਾ ਲਈਏ ਤਾਂ ਬਹੁਤ ਵੱਡੀ ਗੱਲ ਹੋਏਗੀ। ਸੋ ਈਸਟ ਇੰਡੀਆ ਕੰਪਨੀ ਵਾਪਸ ਗਈ ਤੇ ਜਾਣ ਵੇਲੇ ਕੁਝ ਅਰੇਂਜਮੈਂਟਸ ਕਰਕੇ ਗਈ ਹੈ। ਹਰ ਇੱਕ ਦੇਸ਼ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦਾ ਰਾਜ ਸੀ ਉਹ ਹੌਲੀ ਹੌਲੀ ਪਰਤਾਂ ਖੁੱਲ੍ਹਦੀਆਂ ਪਈਆਂ ਨੇ ਕਿ ਕਿਹੜੇ ਡਾਕੂਮੈਂਟਸ ਨੇ, ਕਿੱਥੇ ਕੀ ਟ੍ਰੀਟੀ ਸਾਈਨ ਹੋਈਆਂ ਨੇ, ਕਿੱਦਾਂ ਟ੍ਰਾਂਸਫਰ ਆਫ ਪਾਵਰਸ ਹੋਈਆਂ ਨੇ, ਇਹ ਕਿੱਦਾਂ ਸਾਰਾ ਲੀਗਲ ਡਾਕੂਮੈਂਟਸ ਤਿਆਰ ਕੀਤੇ ਗਏ ਨੇ। ਇਹ ਹੌਲੀ ਹੌਲੀ ਸਾਹਮਣੇ ਆਉਂਦੀਆਂ ਪਈਆਂ ਨੇ ਗੱਲਾਂ। ਵਾਕਈ ਚਲੋ ਇਹ ਤਾਂ ਸੀਗਾ ਇੰਟਰਨੈਸ਼ਨਲ ਲੈਵਲ ਦੇ ਉੱਤੇ। ਔਰ ਦੂਸਰੇ ਬੰਨੇ ਫਿਰ ਮੁੜਦੇ ਹਾਂ ਕਿ ਕੱਲ ਦਾ ਜਿਹੜਾ ਇੱਕ ਮਸਲਾ ਭਖਿਆ ਹੋਇਆ, ਹਾਂਜੀ, ਇੱਕ ਤੇ ਮਸਲਾ ਇਹ ਭਖਿਆ ਹੋਇਆ ਸੀ ਕਿ ਭਗਵੰਤ ਮਾਨ ਜਿਹੜੇ ਨੇ ਉਹ ਕਹਿੰਦੇ ਦਿੱਲੀ ਚਲੇ ਜਾਂਦੇ ਨੇ, ਕੰਮ ਦਿੱਲੀੋਂ ਕਰਾਉਂਦੇ ਨੇ ਔਰ ਕਹਿੰਦੇ ਕਿ ਹੁਣ ਅਫਸਰਾਂ ਦੀਆਂ ਮੀਟਿੰਗਾਂ ਵੀ ਦਿੱਲੀੋਂ ਕਰਾ ਦਿੱਤੇ ਨੇ। ਉਹ ਮੀਟਿੰਗ ਤਾਂ ਗਏ ਸੀ ਦਿੱਲੀ ਕਰਨ, ਮਗਰੋਂ ਬਨਵਾਰੀ ਲਾਲ ਪੁਰੋਹਿਤ ਜਿਹੜੇ ਨੇ ਸਾਡੇ ਗਵਰਨਰ ਨੇ ਜਿਹੜੇ, ਉਹ ਸਰਹੱਦੀ ਸੂਬਿਆਂ ਦੇ ਦੌਰੇ ਤੇ ਉੱਤੇ ਨੇ, ਸਰਹੱਦੀ ਸਟੇਟਸ, ਸਰਹੱਦੀ ਡਿਸਟ੍ਰਿਕਟਸ ਦੇ ਦੌਰੇ ਤੇ ਨੇ ਪੰਜਾਬ ਦੀਆਂ ਤੇ ਪਠਾਨਕੋਟ ਸੀ ਕੱਲ। ਹੁਣ ਵਿਰੋਧੀ ਇਹਨੂੰ ਬੜਾ ਚੱਕਣ ਡੇ ਨੇ। ਬਿਲਕੁਲ ਚੱਕਣ ਡਏ ਨੇ ਕਿਉਂਕਿ ਇੰਨੇ ਐਕਟਿਵ ਹੋ ਗਏ ਨੇ ਹੁਣ ਗਵਰਨਰ ਸਾਹਿਬ। ਠੀਕ ਹੈ, ਵਧੀਆ ਗੱਲ ਹੈ, ਹੋਣਾ ਵੀ ਚਾਹੀਦਾ, ਸਤਿਕਾਰਯੋਗ ਨੇ। ਔਰ ਪਹਿਲਾਂ ਕਦੀ ਗਵਰਨਰ ਇੰਨੇ ਐਕਟਿਵ ਨਹੀਂ ਹੁੰਦੇ ਸੀ ਕਿਉਂਕਿ ਇਸ ਵਾਰ ਜ਼ਿਆਦਾ ਐਕਟਿਵ ਨੇ। ਇਹਨੂੰ ਐਕਟਿਵਨੈਸ ਨਹੀਂ ਕਹਿ ਸਕਦੇ। ਦੇਖੋ ਸੰਜੀਵ ਜੀ, ਜਦੋਂ ਆਪਾਂ ਕਹਿ ਲਈਏ ਕਿ ਗਵਰਨਰ ਸਾਹਿਬ ਕਦੋਂ ਬਾਹਰ ਨਿਕਲਦੇ ਨੇ, ਗਵਰਨਰ ਸਾਹਿਬ ਕਦੋਂ ਸਰਹੱਦੀ ਸੂਬਿਆਂ ਦੇ ਸਰਹੱਦਾਂ ਨੂੰ ਚੈੱਕ ਕਰਦੇ ਨੇ, ਜਦੋਂ ਇੰਟਰਨਲ ਸਰਕਾਰ ਜਿਹੜੀ ਆ ਉਹ ਫੇਲ ਹੋ ਜਾਂਦੀ ਹੈ ਨਾ। ਹੁਣ ਇਹ ਆਪਸ ਦੇ ਵਿੱਚ ਇੱਕ ਵੱਡਾ ਸਵਾਲ ਵੀ ਉੱਠਦਾ ਹੈ। ਫਿਰ ਸਵਾਲ ਤਾਂ ਉੱਠਦਾ ਹੈ ਔਰ ਇਹ ਬਹੁਤ ਪੁਰਾਣੀ ਗੱਲ ਹੈ ਖਹਿਰਾ ਸਾਹਿਬ। ਉਦੋਂ ਵੀ ਇਹ ਗੱਲ ਉੱਠੀ ਸੀ ਕਿ ਜਦੋਂ ਅੰਗਰੇਜ਼ ਸੀ ਉਹਨਾਂ ਨੇ ਇਹ ਅਹੁਦਾ ਬਣਾਇਆ ਸੀ। ਅੱਜ ਇਹ ਅਹੁਦਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਵੀ ਡਿਬੇਟ ਹੋਈ ਸੀ। ਪਰ ਇਹ ਅਹੁਦਾ ਹੈ, ਸਤਿਕਾਰਯੋਗ ਨੇ ਸਾਡੇ ਵਾਸਤੇ ਔਰ ਇਹ ਸਤਿਕਾਰਯੋਗ ਅਹੁਦਾ ਹੈ। ਔਰ ਇਹ ਪ੍ਰੈਜ਼ੀਡੈਂਟ ਸਾਹਿਬ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ ਹਰ ਸਟੇਟ ਦੇ ਵਿੱਚ, ਅਸੀਂ ਸਾਰੇ ਜਾਣਦੇ ਹਾਂ ਗਵਰਨਰ ਸਾਹਿਬ। ਸੋ ਇਸ ਵਕਤ ਤੁਸੀਂ ਇਹ ਗੱਲ ਜਿਹੜੀ ਕਹਿ ਰਹੇ ਹੋ ਇਹ ਅਕੋਰਡਿੰਗ ਟੂ ਕਨਸਟੀਟਿਊਸ਼ਨ ਕਿ ਜਦੋਂ ਸਰਕਾਰ ਫੇਲ ਹੋ ਜਾਂਦੀ ਹੈ ਤਾਂ ਟੇਕ ਓਵਰ ਕਰਦੇ ਨੇ ਗਵਰਨਰ ਸਾਹਿਬ। ਪਰ ਇਸ ਵਕਤ ਤਾਂ ਸਰਕਾਰ ਨਵੀਂ ਬਣੀ ਹੈ ਤੇ ਰੀਸੈਂਟਲੀ ਉਹਨਾਂ ਨੇ ਕੋਈ ਮੀਟਿੰਗ ਵੀ ਲਿੱਤੀ ਹੈ ਜਿੱਥੇ ਭਗਵੰਤ ਮਾਨ ਸਾਹਿਬ ਵੀ ਸੀਗੇ ਤੇ ਇਹ ਵੀ ਬੈਠੇ ਹੋਏ ਨੇ ਔਰ ਮੀਟਿੰਗ ਦਿੱਤੀ ਹੈ ਇਹਨਾਂ ਨੇ। ਔਰ ਇਹਨਾਂ ਨੇ ਕਿਹਾ ਕਿ ਮੈਂ ਅੱਗੇ ਹੋਰ ਵੀ ਮੀਟਿੰਗਸ ਲਵਾਂਗਾ ਜਿਹੜੀਆਂ ਸਰਕਾਰੀ ਅਮਲੇ ਨਾਲ ਮੀਟਿੰਗਸ ਹੁੰਦੀਆਂ ਨੇ ਔਰ ਇਸ ਵਕਤ ਦੌਰੇ ਤੇ ਵੀ ਨੇ। ਠੀਕ ਹੈ, ਜੇ ਆਪਾਂ ਇਹਨਾਂ ਨੂੰ ਪੋਜ਼ਿਟਿਵ ਸਾਈਨ ਮੰਨੀਏ ਤਾਂ ਇੱਕ ਤਰ੍ਹਾਂ ਨਾਲ ਗਵਰਨਰ ਸਾਹਿਬ ਸਪੋਰਟ ਵੀ ਕਰ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਸਰਕਾਰ ਨੂੰ ਅਸੀਂ ਇੱਕ ਨਵੇਂ ਐਂਗਲ ਤੋਂ ਦੇਖੀਏ ਇਸ ਚੀਜ਼ ਨੂੰ, ਕਿ ਪੁਰਾਣੇ ਐਂਗਲ ਤੋਂ ਨਾ ਦੇਖੀਏ ਕਿ ਸਰਕਾਰ ਫੇਲ ਹੋਣ ਤੋਂ ਬਾਅਦ ਹੀ ਟੇਕ ਓਵਰ ਕਰਦੇ ਨੇ। ਪਰ ਨਹੀਂ, ਤੁਸੀਂ ਇਹ ਸਭ ਨੂੰ ਨਾ ਦੇਖੋ, ਇਹ ਤਾਂ ਸੰਜੀਵ ਜੀ ਝੂਠੀਆਂ ਗੱਲਾਂ ਨੇ ਨਾ ਸਾਰੀਆਂ। ਸਹੀ ਗੱਲ ਦੱਸੋ, ਕਿਉਂਕਿ ਸਹੀ ਗੱਲ ਇਹ ਹੈ ਨਾ ਕਿ ਸਰਕਾਰ ਕੇਂਦਰ ਦੇ ਵਿੱਚ ਸੱਤਾ ਬੀਜੇਪੀ ਦੀ ਆ ਤੇ ਗਵਰਨਰ ਜਿਹੜਾ ਸੈੱਟ ਹੁੰਦਾ ਹੈ ਉਹ ਸਾਨੂੰ ਵੀ ਪਤਾ ਹੈ ਕਿ ਫਿਰ ਉਹ ਆਪਣੇ ਅਕੋਰਡਿੰਗਲੀ ਸੈੱਟ ਹੁੰਦਾ ਹੈ। ਬਿਲਕੁਲ ਸੈੱਟ ਤੇ ਫਿਰ ਇਸ ਹਿਸਾਬ ਦੇ ਨਾਲ ਤੁਸੀਂ ਪਹਿਲਾਂ ਪਾਲਿਸੀਆਂ ਦੀ ਗੱਲ ਕਰ ਚੁੱਕੇ ਆ, ਇਹਨੂੰ ਕਿਵੇਂ ਦੇਖਦੇ ਹੋ ਨਾ? ਬਿਲਕੁਲ ਸਹੀ ਗੱਲ ਹੈ। ਆਪਾਂ ਇਹਨੂੰ ਦੋਨੋਂ ਐਂਗਲਸ ਤੋਂ ਦੇਖ ਸਕਦੇ ਹਾਂ। ਇੱਕ ਤਾਂ ਅਸੀਂ ਇਹ ਦੇਖ ਸਕਦੇ ਹਾਂ ਕਿ ਬੀਜੇਪੀ ਨੇ ਆਪਣੇ ਗਵਰਨਰ ਸਾਹਿਬ ਉੱਥੇ ਬਿਠਾਏ ਨੇ ਤੇ ਬੀਜੇਪੀ ਇਨਡਾਇਰੈਕਟਲੀ ਪੰਜਾਬ ਨੂੰ ਟੇਕ ਓਵਰ ਕਰਨਾ ਚਾਹੁੰਦੀ ਹੈ। ਇਹਨੂੰ ਇੱਕ ਸਿੱਧੀ ਸਾਦੀ ਭਾਸ਼ਾ ਦੇ ਵਿੱਚ ਅਸੀਂ ਇੱਦਾਂ ਸਮਝ ਸਕਦੇ ਹਾਂ। ਦੂਜੀ ਇਹ ਚੀਜ਼ ਹੈ, ਜੇ ਆਪਾਂ ਨੂੰ ਪੋਜ਼ਿਟਿਵ ਸਾਈਨ ਲਈਏ ਕਿ ਗਵਰਨਰ ਸਾਹਿਬ ਵੀ ਬੈਠੇ ਨੇ, ਉਹਨਾਂ ਨੂੰ ਵੀ ਸੈਲਰੀ ਮਿਲਦੀ ਹੈ ਨਾ। ਆਫਟਰ ਆਲ ਉਹ ਵੀ ਕਨਸਟੀਟਿਊਸ਼ਨ ਦੇ ਅੰਡਰ ਹੀ ਆਉਂਦੇ ਨੇ ਨਾ। ਤੇ ਜਿੱਥੇ ਜਿੱਥੇ ਸੈਲਰੀ ਜਾ ਰਹੀ ਹੈ ਲੋਕਾਂ ਦੀ ਟੈਕਸ ਮਨੀ ਨਾਲ ਜਾ ਰਹੀ ਹੈ ਤੇ ਉਹਨਾਂ ਨੂੰ ਵੀ ਕਾਰਗੁਜ਼ਾਰੀ ਦੇਣੀ ਚਾਹੀਦੀ ਹੈ। ਇਹ ਤਾਂ ਨਹੀਂ ਨਾ ਕਿ ਆਪਣੀ ਕੋਠੀ 'ਚ ਆਰਾਮ ਨਾਲ ਬੈਠੇ ਰਹਿਣ ਔਰ ਸੈਲਰੀ ਲਈ ਜਾਣ ਔਰ ਕੰਮ ਕੋਈ ਕਰਨ ਨਾ, ਇਹ ਵੀ ਨਹੀਂ ਹੋ ਸਕਦਾ। ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ ਕਿਉਂਕਿ ਅਸੀਂ ਸਾਰੇ ਕੰਮ ਕਰ ਰਹੇ ਹਾਂ ਤੇ ਉਹਨਾਂ ਨੂੰ ਵੀ ਕੰਮ ਕਰਨਾ ਚਾਹੀਦਾ। ਤਾਂ ਇਹ ਇੱਕ ਪੋਜ਼ਿਟਿਵ ਸਾਈਨ ਲੈ ਕੇ ਮੰਨੋ ਕਿ ਉਹ ਐਕਟਿਵ ਹੋ ਗਏ। ਚਲੋ ਸੰਜੀਵ ਜੀ ਜ਼ਿਆਦਾ ਪੋਜ਼ਿਟਿਵ ਸੋਚਦੇ ਆ, ਫਿਰ ਆਪਾਂ ਪੋਜ਼ਿਟਿਵ ਲੈਣੇ। ਅਗਲੀ ਗੱਲ ਇਹ ਹੈ ਕਿ ਇਹ ਜਾ ਕਿੱਧਰ ਨੂੰ ਰਿਹਾ। ਜੋ ਮੇਨ ਚੀਜ਼ ਇਹ ਦੇਖਣ ਵਾਲੀ ਹੈ ਕਿ ਬਾਹਰ ਨਿਕਲਦੇ ਨੇ ਪੁਰੋਹਿਤ ਸਾਹਿਬ ਔਰ ਮੀਟਿੰਗਸ ਲੈਂਦੇ ਨੇ, ਟਰੈਕ ਕੀ ਆ, ਕੀ ਪਾਲਿਸੀ ਆ ਰਹੀ ਆ, ਰਿਜ਼ਲਟ ਕੀ ਆ ਰਹੇ ਨੇ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਹੈ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਸਪੋਰਟਿਵ ਹੈ ਕਿ ਗਵਰਨਮੈਂਟ ਨੂੰ ਸਪੋਰਟ ਕਰਨਾ ਹੈ, ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਹ ਹੈ ਕਿ ਟੇਕ ਓਵਰ ਕਰਨਾ ਹੈ ਇਨਡਾਇਰੈਕਟਲੀ ਬੀਜੇਪੀ ਨੇ। ਤਾਂ ਇਹ ਉਹਨਾਂ ਦਾ ਕੰਮ ਕਰਨ ਦੇ ਤਰੀਕੇ ਤੋਂ ਪਤਾ ਲੱਗੇਗਾ। ਤਾਂ ਮੈਂ ਕਹਿ ਰਿਹਾ ਇਹਨੂੰ ਪੋਜ਼ਿਟਿਵਲੀ ਦੇਖਣਾ ਚਾਹੀਦਾ ਔਰ ਰਿਜ਼ਲਟ ਕੀ ਆਉਂਦੇ ਨੇ, ਕੀ ਡਿਲੀਵਰ ਕਰਦੇ ਨੇ, ਉਹ ਉੱਥੋਂ ਪਤਾ ਲੱਗੇਗਾ ਕਿ ਇਹ ਬੀਜੇਪੀ ਦੇ ਸਾਰੇ ਜੋ ਹੱਥਕੰਡੇ ਨੇ ਪੰਜਾਬ ਨੂੰ ਟੇਕ ਓਵਰ ਕਰਨ ਦੇ, ਇਹ ਉਹ ਹੱਥਕੰਡੇ ਚੱਲਦੇ ਪਏ ਨੇ ਜਾਂ ਇਹ ਵਾਕਈ ਸਪੋਰਟ ਹੋ ਰਹੀ ਹੈ ਕਿ ਇੱਕ ਨਵੀਂ ਗਵਰਨਮੈਂਟ ਆਈ ਆ ਔਰ ਇਨਐਕਸਪੀਰੀਅੰਸਡ ਲੋਕ ਨੇ, ਉਹਨਾਂ ਕੋਲ ਇੰਨਾ ਐਕਸਪੀਰੀਅੰਸ ਨਹੀਂ। ਤਾਂ ਮੈਂ ਇਹਨਾਂ ਦੀ ਸਪੋਰਟ ਕਰਾਂ ਕਿਉਂਕਿ ਇਸ ਵਕਤ ਅਸੀਂ ਵੀ ਸਾਰੇ ਨਾਗਰਿਕਾਂ ਔਰ ਕਨਸਟੀਟਿਊਸ਼ਨ ਦੀ ਮਰਿਆਦਾ ਦੇ ਮੁਤਾਬਿਕ, ਡੈਮੋਕ੍ਰੇਸੀ ਦੇ ਮੁਤਾਬਿਕ ਸਾਨੂੰ ਸਾਰਿਆਂ ਨੂੰ ਬੋਲਣ ਦਾ ਹੱਕ ਹੈ, ਸਾਨੂੰ ਸਾਰਿਆਂ ਨੂੰ ਸਵਾਲ ਚੁੱਕਣ ਦਾ ਹੱਕ ਹੈ। ਅਸੀਂ ਸਵਾਲ ਚੁੱਕਦੇ ਪਏ, ਅਸੀਂ ਬੋਲਦੇ ਪਏ ਹਾਂ ਅਕੋਰਡਿੰਗ ਟੂ ਦ ਕਨਸਟੀਟਿਊਸ਼ਨ ਆਫ ਇੰਡੀਆ। ਔਰ ਜਵਾਬਦੇਹੀ ਬਣਦੀ ਹੈ ਇਹਨਾਂ ਸਾਰਿਆਂ ਦੀ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਬਿਕੋਜ਼ ਜਿਹੜਾ ਇਹਨਾਂ ਨੂੰ ਸਾਰਾ ਫੈਸਿਲਿਟੀਆਂ ਮਿਲਦੀਆਂ ਨੇ, ਜਿਹੜੀ ਸਾਰੀ ਸੈਲਰੀ ਮਿਲਦੀ ਆ, ਜਿਹੜੀ ਸਾਰਾ ਕੁਝ ਕੋਠੀਆਂ ਕਾਰਾਂ ਮਿਲਦੀਆਂ ਨੇ, ਇਹ ਸਾਰੀਆਂ ਸਾਡੀ ਜੋ ਪਬਲਿਕ ਦੀ ਟੈਕਸ ਮਨੀ ਹੈ ਉੱਥੋਂ ਹੀ ਇਹਨਾਂ ਨੂੰ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ। ਸੋ ਪਬਲਿਕ ਲਈ ਅਕਾਊਂਟੇਬਲ ਹੋਣਾ ਪੈਣਾ ਇਹਨਾਂ। ਵਾਕਈ ਚਲੋ ਉਮੀਦ ਕਰਦੇ ਹਾਂ ਕਿ ਪਬਲਿਕ ਦੇ ਭਲੇ ਦੇ ਲਈ ਕੰਮ ਹੋਣ। ਹੁਣ ਗੁਆਂਢੀ ਮੁਲਕ ਚੱਲ ਜਾਂਦੇ ਆ,
ਪਾਕਿਸਤਾਨ ਚਲੀਏ ਜੀ। ਬਿਲਕੁਲ ਚਲੀਏ, ਕਿਉਂਕਿ ਹਾਲਾਤ ਉੱਥੇ ਵੀ ਨਾਜ਼ੁਕ ਹਾਲਾਤ ਉੱਥੇ ਬੜੇ ਨਾਜ਼ੁਕ ਨੇ ਤੇ ਬੜੇ ਕਹਿ ਰਹੀਏ ਕਿ ਖਰਾਬ ਜਿਹੇ ਹੁੰਦੇ ਨਜ਼ਰ ਆ ਰਹੇ ਨੇ। ਬਿਲਕੁਲ। ਅੱਛਾ, ਇਤਿਹਾਸ ਰਿਹਾ ਆ ਇਹ ਪਾਕਿਸਤਾਨ ਦਾ ਕਿ ਕੋਈ ਵੀ ਮੰਤਰੀ ਜਿਹੜਾ ਉਹ 5 ਸਾਲ ਦਾ ਟੈਨਿਓਰ ਲਗਾਤਾਰ ਮਤਲਬ ਵਧਾਤ ਦੇ ਵਿੱਚ ਉਹ ਪੂਰਾ ਨਹੀਂ ਕਰ ਸਕਿਆ। ਬਿਲਕੁਲ ਸਹੀ। ਇਹ ਕਿਉਂ ਆ? ਦੇਖੋ, ਗੱਲ ਇਹ ਸੀ ਜਦੋਂ ਸਾਨੂੰ ਵੀ ਆਜ਼ਾਦੀ ਮਿਲੀ, ਉਹਨਾਂ ਨੂੰ ਵੀ ਆਜ਼ਾਦੀ ਮਿਲੀ। ਹਾਲਾਂਕਿ ਇੱਕ ਦਿਨ ਪਹਿਲਾਂ ਉਹਨਾਂ ਨੂੰ ਮਿਲ ਗਈ, 14 ਅਗਸਤ ਨੂੰ, ਸਾਡੀ 15 ਅਗਸਤ ਹੈ। ਇੱਕੋ ਦਿਨ ਹੀ ਆਪਾਂ ਸੇਮ ਹੀ ਮੰਨ ਲਈਏ, ਕੋਈ ਖਾਸ ਫਰਕ ਨਹੀਂ ਹੈ। ਪਰ ਸਾਡਾ ਕਨਸਟੀਟਿਊਸ਼ਨ ਬਣ ਗਿਆ 3 ਸਾਲਾਂ ਦੇ ਅੰਦਰ ਹੀ, ਕਿਉਂਕਿ 1950 ਦੇ ਵਿੱਚ ਅਸੀਂ ਲਾਗੂ ਵੀ ਕਰ ਦਿੱਤਾ। ਉਹਨਾਂ ਦਾ 10 ਸਾਲਾਂ ਬਾਅਦ ਵੀ ਨਹੀਂ, ਔਰ ਉਸ ਤੋਂ ਬਾਅਦ ਵੀ ਫਾਈਨਲ ਨਹੀਂ। ਤੇ ਉਸ ਟਾਈਮ 'ਚ ਕੀ ਹੋਇਆ ਕਿ ਜਿਹੜੀ ਜਮਹੂਰੀਅਤ ਹੈ ਬਿਨਾਂ ਕਨਸਟੀਟਿਊਸ਼ਨ ਤੋਂ ਕਮਜ਼ੋਰ ਪੈ ਗਈ, ਤੇ ਆਰਮੀ ਨੂੰ ਮਿਲ ਗਿਆ ਮੌਕਾ ਟੇਕ ਓਵਰ ਕਰਨ ਦਾ। ਔਰ ਪਹਿਲਾਂ ਹੀ ਤੁਸੀਂ ਦੇਖੋ, ਆਰਮੀ ਰੂਲ ਜਦੋਂ ਮਰਜ਼ੀ ਬਰਖਾਸਤ ਕਰਕੇ ਫਿਰ ਆਰਮੀ ਰੂਲ। ਤਾਂ ਅੱਜ ਵੀ ਅਸੀਂ ਦੇਖੋ ਕਿ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ ਉਹਨੂੰ ਪਿੱਛੇ ਸ਼ੈ ਆਰਮੀ ਦੀ ਹੁੰਦੀ ਹੈ, ਔਰ ਜਦੋਂ ਆਰਮੀ ਪ੍ਰੈਸ਼ਰ ਪਾਉਂਦੀ ਹੈ। ਪਰ ਇਸ ਵਾਰ ਆਰਮੀ ਬੈਕ ਫਰੰਟ ਤੇ ਰਹੀ ਹੈ। ਬੈਕ ਫਰੰਟ ਤੇ ਰਹੀ ਹੈ, ਪਰ ਗੇਮ ਤਾਂ ਉਹਨਾਂ ਦੀ ਹੈ। ਤੁਸੀਂ ਇੱਕ ਗੱਲ ਸਮਝ ਲਓ ਕਿ ਪਾਕਿਸਤਾਨ ਦੀ ਸਿਆਸਤ ਦੇ ਵਿੱਚ ਪ੍ਰਾਈਮ ਮਿਨਿਸਟਰ ਉੱਥੇ ਉਹ ਬਣੇਗਾ ਜੋ ਆਰਮੀ ਰਿਕਮੈਂਡ ਕਰੇਗੀ, ਕਿਉਂਕਿ ਉਹ ਆਰਮੀ ਦਾ ਹੀ ਰਿਪਰੈਜ਼ੈਂਟੇਟਿਵ ਹੋਏਗਾ। ਕਹਿਣ ਨੂੰ ਉੱਥੇ ਡੈਮੋਕ੍ਰੇਸੀ ਜ਼ਰੂਰ ਹੋਏਗੀ, ਪਿੱਛੇ ਆਰਮੀ ਰੂਲ ਹੋਏਗਾ। ਜੋ ਅਸੀਂ ਦੇਖਦੇ ਹਾਂ, ਅਸੀਂ ਕਹਿੰਦੇ ਹਾਂ ਕਿ ਉੱਥੇ ਟੈਰਰਿਜ਼ਮ ਨੇ, ਅੱਤਵਾਦੀ ਹੈ, ਤਾਂ ਉਹ ਕਿਹਦੀ ਸ਼ੈ ਹੈ? ISI ਜੋ ਪਿੱਛੇ ਬੈਠੀ ਹੈ, ਸਾਰੀ ਮਿਲਟਰੀ ਜੋ ਚਲਾ ਰਹੀ ਹੈ, ਉਹ ਸਾਰੀ ਗੇਮ ਉਹਦੇ ਹਿਸਾਬ ਨਾਲ ਚੱਲਦੀ ਹੈ। ਡੈਮੋਕ੍ਰੇਸੀ ਉੱਥੇ ਸਿਰਫ ਕਹਿਣ ਵਾਸਤੇ ਹੈ। ਪਰ ਇਸ ਵਾਰ ਕੁਝ ਵੱਖਰਾ ਨਹੀਂ ਹੋਇਆ। ਇਸ ਵਾਰ ਤੇ ਅਸੀਂ ਦੇਖੀਏ ਕਿ ਜਿਹੜਾ ਸੁਪਰੀਮ ਕੋਰਟ ਆ ਉਹਦੀ ਦਖਲਅੰਦਾਜ਼ੀ ਵੀ ਹੋਈ, ਫਿਰ ਮਹਾਵਿਦੋਸ਼ ਲੱਗ ਗਿਆ, ਤੇ ਫਿਰ ਬੜੇ ਸਾਰੇ ਹੋਰ ਮਤਲਬ ਬੜਾ ਡਰਾਮਾ, ਇਹ ਕਹਿ ਲਓ ਕਿ ਡਰਾਮਾਟਾਈਜ਼ਡ, ਕਿਉਂਕਿ ਪਿੱਛੇ ਹਮੇਸ਼ਾ ਗੇਮ ਆਰਮੀ ਦੀ ਹੀ ਹੈ। ਪਾਕਿਸਤਾਨ ਦਾ ਕੋਈ ਵੀ ਡਿਪਾਰਟਮੈਂਟ ਐਸਾ ਨਹੀਂ ਹੈ ਜਿੱਥੇ ਆਰਮੀ ਦੀ ਪਕੜ ਨਾ ਹੋਵੇ, ਚਾਹੇ ਉਹ ਸੁਪਰੀਮ ਕੋਰਟ ਕਿਉਂ ਨਹੀਂ, ਚਾਹੇ ਉਹ ਪ੍ਰੈਜ਼ੀਡੈਂਟ ਕਿਉਂ ਨਹੀਂ, ਉੱਥੋਂ ਦੇ ਪਿੱਛੇ ਆਰਮੀ ਦੀ ਪਕੜ ਹੈ। ਕਿਉਂਕਿ ਆਰਮੀ ਉੱਤੇ ਬਹੁਤ ਸਟਰੋਂਗ ਹੈ, ਕਿਉਂਕਿ ਜਿਹੜੀ ਪਹਿਲਾਂ ਹੀ ਗਲਤੀ ਹੋ ਗਈ ਨਾ, ਕਨਸਟੀਟਿਊਸ਼ਨ ਨਹੀਂ ਆਇਆ ਹੋਣ ਦੇ ਵਿੱਚ, ਉੱਥੋਂ ਹੀ ਆਰਮੀ ਦੀ ਪਕੜ ਬਣੀ, ਕਿਉਂਕਿ ਜਮਹੂਰੀਅਤ ਸਟਰੋਂਗ ਨਹੀਂ ਹੋਈ। ਸ਼ਹਿਬਾਜ਼ ਸ਼ਰੀਫ ਨੂੰ ਕਿਵੇਂ ਦੇਖਦੇ ਹੋ? ਉਹਨਾਂ ਦੇ ਆਉਣ ਨਾਲ ਹੋ ਸਕਦਾ ਹੈ ਕਿ ਭਾਰਤ ਦੇ ਨਾਲ ਰਿਲੇਸ਼ਨਸ ਵਧੀਆ ਹੋ ਜਾਣ। ਪਰ ਭਾਰਤ ਦੇ ਨਾਲ ਤੇ ਰਿਲੇਸ਼ਨ ਮੈਨੂੰ ਲੱਗਦਾ ਨਹੀਂ ਵਧੀਆ ਹੋਣਗੇ, ਕਿਉਂਕਿ ਉਹਨਾਂ ਨੇ ਤੇ ਸਹੁੰ ਚੁੱਕਣ ਤੋਂ ਪਹਿਲਾਂ ਹੀ ਭਾਰਤ ਨੂੰ ਮਾੜਾ ਕਹਿਣਾ ਸ਼ੁਰੂ ਕਰਤਾ ਹੈ। ਉਹ ਤਾਂ ਖੈਰ ਕਹਿਣਾ ਹੀ ਪਏਗਾ, ਕਿਉਂਕਿ ਮੈਂ ਪਹਿਲਾਂ ਹੀ ਕਹਿ ਰਿਹਾ ਕਿ ਫੌਜ ਜਿੱਦਾਂ ਕੋ ਆਏਗੀ ਸਕ੍ਰਿਪਟਡ ਉੱਥੋਂ ਹੀ ਹੈ, ਉਹ ਕਹਿਣਾ ਹੀ ਹੈ ਉਹਨਾਂ ਨੇ। ਪਰ ਇੱਥੇ ਅਸੀਂ ਦੇਖਦੇ ਹਾਂ ਕਿ ਇਮਰਾਨ ਸਾਹਿਬ ਕਿਤੇ ਨਾ ਕਿਤੇ ਭਾਰਤ ਤੇ ਪਾਕਿਸਤਾਨ ਦੇ ਰਿਲੇਸ਼ਨਸ ਦੇ ਵਿੱਚ ਕਿਤੇ ਨਾ ਕਿਤੇ ਭਾਈ ਚਾਹੇ ਮਾਈਨਰ ਜਿਹਾ ਹੀ ਸਹੀ, ਪਰ ਅੜਿੱਕਾ ਬਣਦੇ ਪਏ ਸੀਗੇ। ਪਰ ਹੁਣ ਇਹ ਥੋੜੀ ਓਪਨ ਸੋਚਦੇ ਨੇ। ਹੋ ਸਕਦਾ ਕਿ ਟ੍ਰੇਡ ਅੱਛਾ ਹੋ ਜਾਏ, ਓਪਨ ਹੋ ਜਾਏ ਸਭ ਕੁਝ। ਔਰ ਚਾਈਨਾ ਨੇ ਵੀ ਇਸ ਗੱਲ ਨੂੰ ਕਿਹਾ ਕਿ ਜਿਹੜੇ ਸਾਡੇ ਹੁਣ ਰਿਲੇਸ਼ਨਸ ਬਣਨਗੇ ਪਾਕਿਸਤਾਨ ਨਾਲ, ਉਹ ਇਮਰਾਨ ਸਾਹਿਬ ਤੋਂ ਬਿਹਤਰ ਹੋਣਗੇ, ਕਿਉਂਕਿ ਇਹਨਾਂ ਦੀ ਸੋਚ ਵੱਖਰੀ ਹੈ। ਚਲੋ, ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਇੰਡੀਆ ਵਾਸਤੇ ਇੱਕ ਪੋਜ਼ਿਟਿਵ ਸਾਈਨ ਇਸ ਨੂੰ ਮੰਨ ਸਕਦੇ ਹਾਂ। ਵਾਕਈ ਚਲੋ ਉਮੀਦ ਕਰਦੇ ਹਾਂ, ਕਿਉਂਕਿ ਇਹ ਬਹੁਤ ਪੋਜ਼ਿਟਿਵ ਰਹਿੰਦੇ ਨੇ ਸੰਜੀਵ ਜੀ, ਔਰ ਪੋਜ਼ਿਟਿਵ ਸਾਈਨ ਬਹੁਤ ਲੈਂਦੇ ਨੇ। ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਭਾਰਤ ਦੇ ਨਾਲ ਇਹ ਜਿਹੜੇ ਹਾਲਾਤ ਨੇ ਹੋਰ ਬੱਤਰ ਹੋ ਸਕਦੇ ਨੇ, ਕਿਉਂਕਿ ਬਹੁਤ ਕੁਝ ਜਿਹੜਾ ਹੈ ਸ਼ਹਿਬਾਜ਼ ਸ਼ਰੀਫ ਵੀ ਕਹਿ ਰਹੇ ਨੇ ਸਹੁੰ ਚੱਕਣ ਤੋਂ ਪਹਿਲਾਂ ਹੀ। ਫਿਲਹਾਲ ਸਾਨੂੰ ਦਿਓ ਇਜਾਜ਼ਤ, ਅਸੀਂ ਲਗਾਤਾਰ ਤੁਹਾਡੇ ਨਾਲ ਖਬਰਾਂ ਨੂੰ ਸਾਂਝੀਆਂ ਕਰਦੇ ਰਹਾਂਗੇ, ਉਹਦੇ 'ਤੇ ਤਬਸਰਾ ਹੁੰਦਾ ਰਹੇਗਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।